ਸਟਰਗਲ ਜਦੋਂ ਅਸੀਂ ਛੋਟੇ ਹੁੰਦੇ ਹਾਂ ਮੈਨੂੰ ਲੱਗਦਾ ਕਿ ਸਾਡੇ ਨਾਲੋਂ ਜ਼ਿਆਦਾ ਸਾਡੇ ਪੇਰੈਂਟਸ ਦੀ ਹੁੰਦੀ ਆ ਤੇ ਮੈਨੂੰ ਲੱਗਦਾ ਕਹਿੰਦੇ ਨੇ ਕਿ ਇੱਕ ਪੀੜ੍ਹੀ ਲੱਗ ਜਾਂਦੀ ਹੈ ਦੂਜੀ ਪੀੜ੍ਹੀ ਨੂੰ ਸਵਾਰਨ ਲਈ। ਤੇ ਜਦੋਂ ਮੈਂ ਆਪਣੀ MBA ਕਰਨੀ ਸੀ ਮੇਰੇ ਪੇਰੈਂਟਸ ਲਈ ਬਹੁਤ ਵੱਡਾ ਇੱਕ ਚੈਲੰਜ ਸੀ ਤੇ ਬਹੁਤ ਚੀਜ਼ਾਂ ਮੈਨੂੰ ਯਾਦ ਆ ਕਿ ਬਹੁਤ ਵਾਰ ਮੇਰੇ ਪੇਰੈਂਟਸ ਨੇ ਸਟਰਗਲ ਕੀਤਾ ਮੇਰੀ ਫੀਸ ਕੰਪਲੀਟ ਕਰਨ ਲਈ, ਪਰ ਕਿਤੇ ਨਾ ਕਿਤੇ ਜਿਹੜਾ ਮੇਰਾ ਹਰ ਸਮੈਸਟਰ ਵਿੱਚ ਟੌਪ ਕਰਨਾ, ਪਹਿਲੇ ਦਰਜੇ 'ਤੇ ਆਉਣਾ ਤੇ ਅੰਦਰੋਂ ਜਜ਼ਬਾ ਹੋਣਾ ਕਿ ਮੇਰੇ ਪਾਪਾ ਇੰਨੀ ਮਿਹਨਤ ਕਰਦੇ, ਮੈਂ ਉਹਨਾਂ ਨੂੰ ਪਹਿਲੇ ਨੰਬਰ 'ਤੇ ਆ ਕੇ ਵਿਖਾਉਣਾ ਹੈ। ਮੈਂ ਆਪਣੇ ਫਾਦਰ ਨੂੰ ਬਹੁਤ ਜ਼ਿਆਦਾ ਫੋਲੋ ਕੀਤਾ, ਖਾਸ ਕਰਕੇ ਜਿਵੇਂ ਮੇਰੇ ਪਾਪਾ ਦਾ ਆਟਾ ਚੱਕੀ ਦਾ ਕੰਮ ਸੀ ਤੇ ਕੰਮ ਹੈ ਹੁਣ ਵੀ, ਤੇ ਬਹੁਤ ਹੀ ਮਿਹਨਤ ਵਾਲਾ ਉਹ ਕੰਮ ਆ। ਸੋ ਮੈਂ ਆਪਣੇ ਪਾਪਾ ਨੂੰ ਦਿਨ ਰਾਤ ਬਹੁਤ ਫਿਜ਼ੀਕਲੀ ਵੀ ਬਹੁਤ ਮਿਹਨਤ ਕਰਦੇ ਵੇਖਿਆ ਤੇ ਉਸ ਚੀਜ਼ ਨੇ ਮੈਨੂੰ ਬੜਾ ਹੀ ਮੋਟੀਵੇਟ ਕੀਤਾ ਕਿ ਮੈਂ ਹਮੇਸ਼ਾ ਹੀ ਇਹ ਵਾਲੀ ਚੀਜ਼ ਜਿਹੜੀ ਆਪਣੇ ਪਾਪਾ ਦੀ ਜਿਹੜੀ ਆ ਫੋਲੋ ਕਰਨੀ ਆ। ਸਵੇਰੇ ਜਲਦੀ ਉੱਠਣਾ ਵਾ ਤੇ ਸਾਨੂੰ ਕਿਸੇ ਅਲਾਰਮ ਦੀ ਲੋੜ ਨਹੀਂ ਹੈਗੀ। ਸੋ ਬਹੁਤ ਸਾਰੇ ਬੇਸਿਕ ਰਹਿਣਾ ਹੈ, ਆਮ ਖਾ ਕੇ ਵੀ ਅਸੀਂ ਖੁਸ਼ ਹਾਂ। ਸੋ ਸਾਡੇ ਸੁਪਨੇ ਹਮੇਸ਼ਾ ਇਹੀ ਇੱਥੇ ਆ ਕੇ ਖਤਮ ਹੋ ਜਾਂਦੇ ਕਿ ਅਸੀਂ ਆਪਸ 'ਚ ਖੁਸ਼ ਰਹਿਣਾ। ਤੇ ਅੱਜ ਦੇ ਦਿਨ 'ਚ ਜੇ ਮੈਂ ਕਹਾਂ ਤੇ ਇਸ ਤੋਂ ਅੱਗੇ ਮੈਨੂੰ ਲੱਗਦਾ ਕਿ ਮੇਰੇ ਸੁਪਨੇ ਹੈਗੇ ਨਹੀਂ ਆ। ਜੋ ਵੀ ਸਾਨੂੰ ਜ਼ਿੰਦਗੀ 'ਚ ਚਾਹੀਦਾ ਸੀ ਮੈਨੂੰ ਲੱਗਦਾ ਕਿ ਅੱਜ ਸਾਡੇ ਕੋਲ ਸਾਰਾ ਕੁਝ ਹੀ ਉਹ ਹੈਗਾ। ਹਰ ਸਟੂਡੈਂਟ ਦੇ ਮਾਈਂਡ 'ਚ ਇਹੀ ਚੀਜ਼ ਹੋਣੀ ਚਾਹੀਦੀ। ਮੈਂ ਬਹੁਤ ਸਾਰੇ ਆਪਣੇ ਲੈਕਚਰਸ ਵਿੱਚ ਵੀ ਦੱਸਦੀ ਹਾਂ ਕਿ ਪੜ੍ਹਾਈ ਜਦੋਂ ਕੰਪਲੀਟ ਹੋਣ ਵਾਲੀ ਹੋਵੇ ਤੇ ਤੁਹਾਡੀ ਜੌਬ ਦੇ ਤੁਸੀਂ ਖੁਦ ਜ਼ਿੰਮੇਵਾਰ ਜੇ। ਆਪਣੀ ਜ਼ਿੰਦਗੀ ਦੇ 20-22 ਸਾਲ ਲਾ ਕੇ ਪੜ੍ਹਾਈ ਤੇ ਜੇ ਅਸੀਂ ਇੱਕ ਜੌਬ ਵੀ ਨਹੀਂ ਆਪਣੇ ਲਈ ਲੱਭ ਸਕਦੇ ਜਾਂ ਇੱਕ ਜੌਬ ਕ੍ਰੀਏਟ ਨਹੀਂ ਕਰ ਸਕਦੇ ਜਾਂ ਕੋਈ ਬਿਜ਼ਨਸ ਨਹੀਂ ਛੋਟਾ ਜਿਹਾ ਸਟਾਰਟ ਕਰ ਸਕਦੇ ਤੇ ਮੈਨੂੰ ਲੱਗਦਾ ਕਿ ਉਹ ਜਸਟਿਸ ਨਹੀਂ ਆ। ਖਾਸ ਤੌਰ 'ਤੇ ਜਿਹੜੇ ਬੱਚਿਆਂ ਨੇ BTech ਕੰਪਿਊਟਰ ਸਾਇੰਸ ਤੇ IT ਕੀਤੀ ਆ ਉਹਨਾਂ ਵਾਸਤੇ ਸਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਆ, ਭਾਵੇਂ ਟ੍ਰੇਨਿੰਗ ਹੋਵੇ ਭਾਵੇਂ ਜੌਬਸ ਹੋਣ। ਸੋ ਅਸੀਂ ਕਿਉਂਕਿ IT ਇੱਕ ਇੱਦਾਂ ਦਾ ਫੀਲਡ ਆ ਕਿ ਤੁਸੀਂ ਪਿੰਡ ਵਿੱਚ ਰਹਿ ਕੇ ਵੀ ਅਮਰੀਕਾ ਦੇ ਕਲਾਇੰਟਸ ਜਿਹੜੇ ਉਹ ਤੁਸੀਂ ਹੈਂਡਲ ਕਰ ਸਕਦੇ ਹੋ। ਸੋ ਅੱਜ ਸਾਡੇ ਕੋਲ US ਆਰਮੀ ਤੱਕ ਨੂੰ ਅਸੀਂ ਸਰਵ ਕਰ ਰਹੇ ਹਾਂ ਟਾਂਗਰੇ 'ਚ ਬੈਠ ਕੇ। ਉਸ ਤੋਂ ਬਾਅਦ ਮੈਨੂੰ ਇਹ ਵੀ ਬੜੀ ਖੁਸ਼ੀ ਕਿ ਮੇਰੇ ਪਿੰਡ ਦੇ ਬੱਚੇ ਜਿਨ੍ਹਾਂ ਦੀ ਕੋਈ IT ਬੈਕਗਰਾਊਂਡ ਨਹੀਂ, ਠੀਕ ਹੈ, ਜਿਨ੍ਹਾਂ ਨੂੰ ਜੌਬ ਦੀ ਸਖਤ ਜ਼ਰੂਰਤ ਸੀ, ਠੀਕ ਹੈ, ਉਹਨਾਂ ਨੂੰ ਮੈਂ ਨੋਰਮਲ ਸਟਾਈਪੈਂਡ 'ਤੇ ਕਈ ਇਹੋ ਜਿਹੇ ਬੱਚੇ ਜਿਹੜੇ ਫ੍ਰੀ ਆਏ 15-20 ਦਿਨ ਜਾਂ ਮਹੀਨਾ 2 ਮਹੀਨੇ, ਕਈ ਇਹੋ ਜਿਹੇ ਬੱਚੇ ਨੇ ਜਿਨ੍ਹਾਂ ਨੂੰ ਬਹੁਤ ਹੀ ਲੋੜ ਸੀ ਤੇ ਮੈਨੂੰ ਉਲਟਾ ਉਹਨਾਂ ਨੂੰ ਸਿਖਾਉਣ ਲਈ ਮੈਂ ਉਹਨਾਂ ਨੂੰ ਪੇ ਕੀਤਾ ਕਿ ਤੁਸੀਂ ਸਿੱਖ ਲਓ ਤੇ ਤੁਹਾਡੇ ਘਰਦਿਆਂ ਨੂੰ ਲੱਗੇਗਾ ਕਿ ਤੁਸੀਂ ਜੌਬ ਕਰ ਰਹੇ ਜੇ। ਜਦੋਂ ਲੋਕਡਾਊਨ ਦਾ ਪੀਰੀਅਡ ਸੀ ਤੇ ਸਾਡੀ ਕੰਪਨੀ ਇੰਨੀ ਸક્ષਮ ਸੀ, ਸਾਡੇ ਬੱਚਿਆਂ ਨੇ ਮਿਹਨਤ ਕਰਕੇ ਇੰਨੀ ਕੰਪਨੀ ਤੇ ਆਲਰੇਡੀ ਮਿਹਨਤ ਕੀਤੀ ਸੀ। ਇਹ ਨਹੀਂ ਮੈਂ ਕਹਿੰਦੀ ਕਿ ਮੇਰੇ ਕੋਲ ਬਹੁਤ ਜ਼ਿਆਦਾ ਪੈਸੇ ਤੇ ਬਹੁਤ ਜ਼ਿਆਦਾ ਪ੍ਰੋਫਿਟ ਆ, ਪਰ ਉਹਨਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਹੀ ਇੰਨੇ ਸક્ષਮ ਸੀ ਕਿ ਅਸੀਂ ਲੋਕਡਾਊਨ 'ਚ ਕਿਸੇ ਦੀ ਸੈਲਰੀ ਜਿਹੜੀ ਆ ਉਹ ਨਾ ਘੱਟ ਕੀਤੀ ਆ, ਨਾ ਹੀ ਆਪਣੀ ਕੰਪਨੀ 'ਚੋਂ ਕੋਈ ਬੰਦਾ ਕੱਢਿਆ। ਪੈਸਾ ਵੀ ਕਿਸੇ ਕੋਲ ਹੋਵੇ ਨਾ, ਕਿਸੇ ਕੋਲ ਕੈਲੀਬਰ ਨਹੀਂ ਨਾ, ਪੈਸ਼ਨ ਨਹੀਂ, ਜਜ਼ਬਾ ਨਹੀਂ, ਉਹਨੂੰ ਕਰੋੜ ਰੁਪਇਆ ਵੀ ਉਹਦਾ ਬਾਪ ਦੇ ਦੇਣਾ ਉਹ ਖਤਮ ਕਰ ਦੇਗਾ ਉਹਨੂੰ, ਠੀਕ ਆ। ਪਰ ਜਿਹਦੇ 'ਚ ਜਜ਼ਬਾ ਵਾ, ਜਿਹਨੂੰ ਅੰਦਰੋਂ ਆਪਣੇ ਪੇਰੈਂਟਸ ਨੂੰ ਜਿਹੜਾ ਬੰਦਾ ਫੀਲ ਕਰ ਸਕਦਾ, ਆਪਣੇ ਫਾਦਰ ਦਾ ਪੂਰਾ ਵਹਿੰਦਾ ਪਸੀਨਾ ਜਿਹਨੂੰ ਫੀਲ ਹੁੰਦਾ ਜਦੋਂ ਉਹਨੂੰ ਇੰਨੀ ਵਾਰੀ ਸੱਟ ਲੱਗੀ, ਜਦੋਂ ਉਹਨੂੰ ਯਾਦ ਰਹੇਗਾ, ਤੇ ਮੈਨੂੰ ਲੱਗਦਾ ਕਿ ਅਸੀਂ ਕਿਉਂ ਨਹੀਂ ਮਿਹਨਤ ਕਰ ਸਕਦੇ। ਕੁਝ ਲੋਕ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੁੰਦੇ, ਉਹਨਾਂ ਦੇ ਨਾਮ ਦੇ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਹੈ। ਬਹੁਤ ਸਾਰੇ ਲੋਕ ਇੱਦਾਂ ਦੇ ਨੇ ਜੋ ਲੋਕ ਭਲਾਈ ਦੇ ਕੰਮ ਕਰ ਰਹੇ ਨੇ, ਔਰ ਤੁਸੀਂ ਦੇਖਦੇ ਆ ਕਿ ਸੋਸ਼ਲ ਮੀਡੀਆ ਦੇ ਉੱਪਰ
ਅੱਜ ਦੇ ਸਮੇਂ ਦੇ ਵਿੱਚ ਕਿਸੇ ਦੀ ਹੈਲਪ ਦੇ ਨਾਂ 'ਤੇ ਅਨੇਕਾਂ ਹੀ ਲੋਕ ਲੱਗੇ ਹੋਏ ਨੇ। ਪਿਛਲੇ ਕਾਫੀ ਸਮੇਂ ਤੋਂ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ, ਮੈਂ ਭੈਣ ਜੀ ਮਨਦੀਪ ਕੌਰ ਸਿੱਧੂ, ਜੋ ਆਪਣੇ ਕਾਰੋਬਾਰ ਦੇ ਨਾਲ ਨਾਲ ਅਮਰੀਕਾ ਵਰਗੀ ਧਰਤੀ ਨੂੰ ਛੱਡ ਕੇ ਆਪਣੇ ਪਿੰਡ ਦੇ ਵਿੱਚ ਹੀ ਉਹਨਾਂ ਨੇ ਲਗਭਗ 50 ਲੋਕਾਂ ਨੂੰ ਰੋਜ਼ਗਾਰ ਦਿੱਤਾ। ਤੁਸੀਂ ਉਹਨਾਂ ਨੂੰ ਪਹਿਲਾਂ ਜਾਣਦੇ ਹੋਵੋਗੇ, ਪਰ ਅੱਜ ਉਹਨਾਂ ਨੂੰ ਅਸੀਂ ਤੁਹਾਡੇ ਰੂਬਰੂ ਕਰਵਾਵਾਂਗੇ ਇੱਕ ਬਿਜ਼ਨਸ ਵੂਮਨ ਦੇ ਨਾਤੇ ਵੀ ਔਰ ਇੱਕ ਸੋਸ਼ਲ ਵਰਕਰ ਦੇ ਨਾਤੇ ਵੀ। ਆਓ ਆਪਾਂ ਗੱਲਬਾਤ ਕਰਦੇ ਹਾਂ। ਭੈਣ ਜੀ, ਤੁਹਾਡਾ ਸਵਾਗਤ ਹੈ ਨਿਰਵੈਰ ਟੀਵੀ ਦੇ ਵਿੱਚ। ਥੈਂਕ ਯੂ ਸੋ ਮਚ ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਜਿਵੇਂ ਭੈਣ ਜੀ ਤੁਸੀਂ ਅੱਜ ਆਪਣੇ ਇਲਾਕੇ ਦੇ ਵਿੱਚ, ਆਪਣੇ ਪਿੰਡ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਹੈ। ਤੁਸੀਂ ਆਪਣੀ ਜੇ ਬਚਪਨ ਦੀ ਗੱਲ ਕਰੀਏ, ਆਪਣੀ ਬਚਪਨ ਦੀ ਪੜ੍ਹਾਈ ਦੀ ਗੱਲ ਕਰੀਏ, ਇੱਥੋਂ ਤੱਕ ਪਹੁੰਚਣ ਦੇ ਲਈ ਜੇ ਆਪਾਂ ਪੜ੍ਹਾਈ ਦੀ ਗੱਲ ਕਰਦੇ ਹਾਂ, ਉੱਥੋਂ ਸ਼ੁਰੂਆਤ ਆਪਾਂ ਕਰੀਏ ਕਿ ਕਿੰਨੀ ਕੁ ਸਟਰਗਲ ਪਹਿਲਾਂ ਤੁਹਾਨੂੰ ਕਰਨੀ? ਸਟਰਗਲ ਜਦੋਂ ਅਸੀਂ ਛੋਟੇ ਹੁੰਦੇ ਹਾਂ, ਮੈਨੂੰ ਲੱਗਦਾ ਕਿ ਸਾਡੇ ਨਾਲੋਂ ਜ਼ਿਆਦਾ ਸਾਡੀ ਪੇਰੈਂਟਸ ਦੀ ਹੁੰਦੀ ਆ। ਅਤੇ ਮੈਨੂੰ ਲੱਗਦਾ ਕਹਿੰਦੇ ਨਾ ਕਿ ਇੱਕ ਪੀੜ੍ਹੀ ਲੱਗ ਜਾਂਦੀ ਹੈ ਦੂਜੀ ਪੀੜ੍ਹੀ ਨੂੰ ਸਵਾਰਨ ਲਈ। ਸੋ ਮੇਰੇ ਪੇਰੈਂਟਸ ਨੇ ਮੇਰੇ 'ਤੇ ਬਹੁਤ ਮਿਹਨਤ ਕੀਤੀ ਆ ਅਤੇ ਮੈਂ ਰੱਬ ਦੀ ਵੀ ਬੜੀ ਸ਼ੁਕਰਗੁਜ਼ਾਰ ਹਾਂ ਕਿ ਮੇਰੇ ਪੇਰੈਂਟਸ ਨੂੰ ਇੰਨੀ ਸਮਝ ਸੀ ਕਿ ਇੱਕ ਪੜ੍ਹਾਈ ਆ ਜਿਹੜੀ ਕਿ ਹਰ ਸਾਡੀ ਪ੍ਰੋਬਲਮ ਜਿਹੜੀ ਆ ਦੂਰ ਕਰ ਸਕਦੀ ਆ। ਸੋ ਪੜ੍ਹਾਈ 'ਚ ਮੈਂ 10th ਤੱਕ ਜੰਡਿਆਲੇ ਵਿਖੇ ਪੜ੍ਹੀ ਹਾਂ, ICSE ਬੋਰਡ। ਅਤੇ ਦੈਨ ਮੈਂ ਆਪਣੀ ਜਿਹੜੀ ਲਾਸਟ BBA MBA ਡਿਗਰੀ ਮੈਂ LPU ਤੋਂ ਕੀਤੀ ਆ। ਅਤੇ ਜਦੋਂ ਮੈਂ ਆਪਣੀ MBA ਕਰਨੀ ਸੀ, ਮੇਰੇ ਪੇਰੈਂਟਸ ਲਈ ਬਹੁਤ ਵੱਡਾ ਇੱਕ ਚੈਲੰਜ ਸੀ ਅਤੇ ਬਹੁਤ ਚੀਜ਼ਾਂ ਮੈਨੂੰ ਯਾਦ ਆ ਕਿ ਬਹੁਤ ਵਾਰ ਮੇਰੇ ਪੇਰੈਂਟਸ ਨੇ ਸਟਰਗਲ ਕੀਤਾ ਮੇਰੀ ਫੀਸ ਕੰਪਲੀਟ ਕਰਨ ਲਈ। ਪਰ ਕਿਤੇ ਨਾ ਕਿਤੇ ਜਿਹੜਾ ਮੇਰਾ ਹਰ ਸਮੈਸਟਰ ਵਿੱਚ ਟੌਪ ਕਰਨਾ, ਪਹਿਲੇ ਦਰਜੇ 'ਤੇ ਆਉਣਾ ਅਤੇ ਅੰਦਰੋਂ ਜਜ਼ਬਾ ਹੋਣਾ ਕਿ ਮੇਰੇ ਪਾਪਾ ਇੰਨੀ ਮਿਹਨਤ ਕਰਦੇ, ਮੈਂ ਉਹਨਾਂ ਨੂੰ ਪਹਿਲੇ ਨੰਬਰ 'ਤੇ ਆ ਕੇ ਵਿਖਾਉਣਾ, ਅਤੇ ਉਹ ਉਹਨਾਂ ਨੂੰ ਮੋਟੀਵੇਟ ਕਰਦਾ ਰਿਹਾ ਅਤੇ ਉਹਨਾਂ ਨੇ ਬਹੁਤ ਹੀ ਮੇਰਾ ਸਾਥ ਦਿੱਤਾ ਅਤੇ ਆਪਣਾ ਪੂਰਾ ਜੀ ਜਾਨ ਲਾਇਆ, ਪਾਈ ਜਿਹੜੀ ਉਹਨਾਂ ਨੇ ਮੇਰੇ 'ਤੇ ਲਗਾਤੀ। ਅਤੇ ਅਸੀਂ ਵੀ ਉਹਨਾਂ 'ਚੋਂ ਬੜੇ ਸਿੰਸੀਅਰ ਬੱਚੇ ਹਾਂ ਕਿ ਕਰਕੇ ਦਿਖਾਉਣਾ ਪੇਰੈਂਟਸ ਨੂੰ। ਜਦੋਂ ਭੈਣ ਜੀ ਤੁਸੀਂ ਪਰਿਵਾਰ ਦੇ, ਜਿਵੇਂ ਤੁਸੀਂ ਦੱਸਿਆ ਕਿ ਪੂਰੀ ਜੀ ਜਾਨ ਲਵਾਈ ਤੁਹਾਡੇ ਪੇਰੈਂਟਸ ਨੇ ਤੁਹਾਡੇ ਉੱਪਰ, ਉਦੋਂ ਮਨ ਦੇ ਵਿੱਚ ਕੁਝ ਸੁਪਨੇ ਸੰਜੋਏ ਹੋਣੇ ਆ ਕਿ ਮੈਂ ਆਪਣੇ ਮਾਪਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਕਰਕੇ ਦਿਖਾਉਣਾ। ਉਹ ਸੁਪਨੇ ਕਿਹੜੇ ਸੀ? ਜੋ ਮੈਂ ਸੋਚਿਆ ਸੀ ਉਹਦੇ ਤੋਂ ਬਹੁਤ ਜ਼ਿਆਦਾ ਹੀ ਲਾਈਫ ਨੇ ਦਿੱਤਾ ਹੈ ਮੈਨੂੰ। ਅਤੇ ਹਰ ਚੀਜ਼ ਦਾ ਜੇ ਮੈਂ ਬੇਸਿਕ ਸੋਚਾਂ ਕਿ ਮੈਂ ਕੀ ਸੋਚ ਕੇ, ਕੀ ਵੈਲਿਊ ਸਿਸਟਮ ਰਿਹਾ ਹੈ, ਮੇਰੀ ਸੋਚ ਕੀ ਰਹੀ ਹੈ, ਅਤੇ ਮੈਂ ਆਪਣੇ ਫਾਦਰ ਨੂੰ ਬਹੁਤ ਜ਼ਿਆਦਾ ਫੋਲੋ ਕੀਤਾ। ਖਾਸ ਕਰਕੇ ਜਿਵੇਂ ਮੇਰੇ ਪਾਪਾ ਦਾ ਆਟਾ ਚੱਕੀ ਦਾ ਕੰਮ ਸੀ ਅਤੇ ਕੰਮ ਹੈ ਹੁਣ ਵੀ, ਅਤੇ ਬਹੁਤ ਹੀ ਮਿਹਨਤ ਵਾਲਾ ਉਹ ਕੰਮ ਆ। ਸੋ ਮੈਂ ਆਪਣੇ ਪਾਪਾ ਨੂੰ ਦਿਨ ਰਾਤ ਬਹੁਤ ਫਿਜ਼ੀਕਲੀ ਵੀ ਬਹੁਤ ਮਿਹਨਤ ਕਰਦੇ ਵੇਖਿਆ, ਅਤੇ ਉਸ ਚੀਜ਼ ਨੇ ਮੈਨੂੰ ਬੜਾ ਹੀ ਮੋਟੀਵੇਟ ਕੀਤਾ ਕਿ ਮੈਂ ਹਮੇਸ਼ਾ ਹੀ ਇਹ ਵਾਲੀ ਚੀਜ਼ ਜਿਹੜੀ ਆਪਣੇ ਪਾਪਾ ਦੀ ਜਿਹੜੀ ਆ ਫੋਲੋ ਕਰਨੀ ਆ। ਹੋਰ ਵੀ ਕਿ ਜਿੱਦਾਂ ਮੇਰੇ ਫਾਦਰ ਹਰ ਸੰਡੇ ਵੀ ਉਹਨਾਂ ਨੇ ਆਪਣੀ ਸ਼ੌਪ ਖੋਲ੍ਹਣੀ ਆ, ਠੀਕ ਹੈ, ਸਵੇਰੇ ਜਲਦੀ ਉੱਠਣਾ ਵਾ ਅਤੇ ਸਾਨੂੰ ਕਿਸੇ ਅਲਾਰਮ ਦੀ ਲੋੜ ਨਹੀਂ ਹੈਗੀ। ਸੋ ਬਹੁਤ ਸਾਰੀ ਬੇਸਿਕ ਰਹਿਣਾ ਹੈ, ਆਮ ਖਾ ਕੇ ਵੀ ਅਸੀਂ ਖੁਸ਼ ਹਾਂ। ਸੋ ਸਾਡੇ ਸੁਪਨੇ ਹਮੇਸ਼ਾ ਇਹੀ ਇੱਥੇ ਆ ਕੇ ਖ਼ਤਮ ਹੋ ਜਾਂਦੇ ਕਿ ਅਸੀਂ ਆਪਸ 'ਚ ਖੁਸ਼ ਰਹਿਣਾ ਅਤੇ ਆਪਣੇ ਪੇਰੈਂਟਸ ਦੀ ਰਿਸਪੈਕਟ ਕਰਨੀ ਆ। ਪੇਰੈਂਟਸ ਵੀ ਰੱਬ ਨੇ ਮੈਨੂੰ ਇੱਦਾਂ ਦੇ ਦਿੱਤੇ ਜਿਨ੍ਹਾਂ ਨੇ ਕਦੀ ਮੈਨੂੰ ਡਾਂਟਿਆ ਨਹੀਂ, ਮੇਰੀਆਂ ਗਲਤੀਆਂ ਵੀ ਕੱਢ ਕੇ ਮੈਨੂੰ ਸਿਖਾਇਆ ਹੀ ਆ। ਕਦੀ ਮੈਨੂੰ ਗਲਤੀ ਕਾਰਨ ਵੀ ਬੈਕ ਸੀਟ 'ਤੇ ਨਹੀਂ ਰੱਖਿਆ ਕਿ ਹੁਣ ਤੂੰ ਆਹ ਨਹੀਂ ਕਰਨਾ, ਹੁਣ ਤੂੰ ਉਹ ਨਹੀਂ ਕਰਨਾ। ਸੋ ਬੜਾ ਇੱਕ ਪਿੰਡ 'ਚ ਰਹਿ ਕੇ ਵੀ ਬੜਾ ਫਰੀਡਮ ਵਾਲਾ ਮਾਹੌਲ ਦਿੱਤਾ ਹੈ। ਅਤੇ ਅੱਜ ਦੇ ਦਿਨ 'ਚ ਜੇ ਮੈਂ ਕਹਾਂ ਤਾਂ ਇਸ ਤੋਂ ਅੱਗੇ ਮੈਨੂੰ ਲੱਗਦਾ ਕਿ ਮੇਰੇ ਸੁਪਨੇ ਹੈਗੇ ਨਹੀਂ ਆ। ਜੋ ਵੀ ਸਾਨੂੰ ਜ਼ਿੰਦਗੀ 'ਚ ਚਾਹੀਦਾ ਸੀ, ਮੈਨੂੰ ਲੱਗਦਾ ਕਿ ਅੱਜ ਸਾਡੇ ਕੋਲ ਸਾਰਾ ਕੁਛ ਹੀ ਉਹ ਹੈਗਾ, ਕਿਉਂਕਿ ਸਾਡੀ ਕਦੀ ਵੀ ਮਟੀਰੀਅਲਿਸਟਿਕ ਚੋਇਸ ਨਹੀਂ ਰਹੀ। ਪਰ ਬਾਏ ਡਿਫੋਲਟ ਹੀ ਮੇਰਾ ਬ੍ਰਦਰ ਇੰਨਾ ਇੰਟੈਲੀਜੈਂਟ ਹੈ, ਬ੍ਰਦਰ ਮੇਰਾ ਥਾਪੜ ਪੜ੍ਹਿਆ, ਸੋ ਬਿਜ਼ਨਸ ਬਿਲਕੁਲ ਠੀਕ ਠਾਕ ਚੱਲ ਰਿਹਾ ਹੈ, ਇਨ-ਲॉज ਵਧੀਆ ਮਿਲ ਗਏ। ਸੋ ਜਿਹੜੀਆਂ ਮਟੀਰੀਅਲਿਸਟਿਕ ਚੀਜ਼ਾਂ ਵੀ ਉਹ ਆਪਣੇ ਆਪ ਹੀ ਤੁਹਾਨੂੰ ਮਿਲ ਗਈਆਂ, ਪਰ ਜਿਹੜੀ ਬੇਸਿਕ ਚੀਜ਼ ਆ ਕਿ ਪਿਆਰ ਬਣਿਆ ਰਵੇ, ਰਿਸਪੈਕਟ ਕਰਨੀ ਆ, ਇੱਕ ਸਕੂਨ ਦੀ ਜ਼ਿੰਦਗੀ ਜੀਣੀ ਆ, ਉਹ ਕਿਤੇ ਨਾ ਕਿਤੇ ਪਹਿਲਾਂ ਵੀ ਜੀ ਰਹੇ ਸੀ ਅਤੇ ਹੁਣ ਵੀ ਉੱਥੇ ਹੀ ਆ ਅਸੀਂ। ਭੈਣ ਜੀ, ਤੁਸੀਂ ਇੱਕ ਸਟੂਡੈਂਟ ਲਾਈਫ ਦੇ ਵਿੱਚੋਂ ਜਦੋਂ ਬਾਹਰ ਆਏ ਆ, ਆਪਣੀ ਪੜ੍ਹਾਈ ਤੁਸੀਂ ਪੂਰੀ ਕੀਤੀ ਹੈ, ਉਸ ਤੋਂ ਬਾਅਦ ਜਿਹੜੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋਈ ਹੈ, ਮੈਂ ਚਾਹਾਂਗਾ ਕਿ ਉਹ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰਨੀ ਚਾਹੀਦੀ ਹੈ ਆਪਾਂ। ਜਦੋਂ ਮੈਂ ਆਪਣੀ ਪੜ੍ਹਾਈ ਕੰਪਲੀਟ ਕੀਤੀ ਅਤੇ ਹਰ ਸਟੂਡੈਂਟ ਦੇ ਮਾਈਂਡ 'ਚ ਇਹੀ ਚੀਜ਼ ਹੋਣੀ ਚਾਹੀਦੀ, ਮੈਂ ਬਹੁਤ ਸਾਰੇ ਆਪਣੇ ਲੈਕਚਰਸ ਵਿੱਚ ਵੀ ਦੱਸਦੀ ਹਾਂ ਕਿ
ਪੜ੍ਹਾਈ ਜਦੋਂ ਕੰਪਲੀਟ ਹੋਣ ਵਾਲੀ ਹੋਵੇ ਤੇ ਤੁਹਾਡੀ ਜੌਬ ਦੇ ਤੁਸੀਂ ਖੁਦ ਜ਼ਿੰਮੇਵਾਰ ਜੇ। ਅਸੀਂ ਕਹਿੰਦੇ ਕਿ ਸਾਨੂੰ ਪਲੇਸਮੈਂਟ ਕੰਪਨੀਜ਼ ਲੈ ਜਾਣ ਜਾਂ ਸਾਡਾ ਕਾਲਜ 'ਚ ਪਲੇਸਮੈਂਟ ਸੈੱਲ ਆ ਉਹ ਸਾਨੂੰ ਪਲੇਸ ਕਰਵਾ ਦੇ, ਤੇ ਜਾਂ ਪੰਜਾਬ 'ਚ ਇੰਨਾ ਜ਼ਿਆਦਾ ਅਸੀਂ ਪੜ੍ਹ ਲਿਆ ਤੇ ਸਾਨੂੰ ਜੌਬ ਨਹੀਂ ਮਿਲ ਰਹੀ। ਸੋ ਉਹਨਾਂ ਬੱਚਿਆਂ ਨੂੰ ਵੀ ਮੇਰਾ ਸਵਾਲ ਆ ਤੇ ਉਹਨਾਂ ਨੂੰ ਇਹ ਅਹਿਸਾਸ ਕਰਨ ਦੀ ਜ਼ਰੂਰਤ ਹੈ ਕਿ ਜਦੋਂ ਅਸੀਂ ਲੱਖਾਂ ਰੁਪਏ ਆਪਣੇ ਪੇਰੈਂਟਸ 'ਤੇ ਲਗਵਾ ਕੇ ਤੇ ਕਰੋੜਾਂ ਅਰਬਾਂ ਦੇ ਕੈਂਪਸ ਯੂਜ਼ ਕਰਕੇ, ਜਿੱਥੇ ਹਜ਼ਾਰਾਂ ਕਿਤਾਬਾਂ ਪਈਆਂ ਨੇ, ਆਪਣੀ ਜ਼ਿੰਦਗੀ ਦੇ 20-22 ਸਾਲ ਲਾ ਕੇ ਪੜ੍ਹਾਈ ਤੇ ਜੇ ਅਸੀਂ ਇੱਕ ਜੌਬ ਵੀ ਨਹੀਂ ਆਪਣੇ ਲਈ ਲੱਭ ਸਕਦੇ ਜਾਂ ਇੱਕ ਜੌਬ ਕ੍ਰੀਏਟ ਨਹੀਂ ਕਰ ਸਕਦੇ ਜਾਂ ਕੋਈ ਬਿਜ਼ਨਸ ਨਹੀਂ ਛੋਟਾ ਜਿਹਾ ਸਟਾਰਟ ਕਰ ਸਕਦੇ, ਤੇ ਮੈਨੂੰ ਲੱਗਦਾ ਕਿ ਉਹ ਜਸਟਿਸ ਨਹੀਂ ਆ। ਸਾਡੀ ਜਿਹੜੀ ਪੀੜ੍ਹੀ ਆ ਉਹਨਾਂ ਨੂੰ ਬੜਾ ਸੀਰੀਅਸ ਹੋਣ ਦੀ ਜ਼ਰੂਰਤ ਆ ਕਿ ਇਹ ਸਾਡੀ ਜ਼ਿੰਮੇਵਾਰੀ। ਸੋ ਮੈਂ ਵੀ ਇਹੋ ਜਿਹੀ ਸੋਚ ਵਾਲਾ ਸਟੂਡੈਂਟ ਸੀ ਤੇ ਮੈਂ ਕਿਸੇ ਪਲੇਸਮੈਂਟ 'ਚ ਨਹੀਂ ਬੈਠੀ ਆਪਣੀ ਯੂਨੀਵਰਸਿਟੀ। ਮੈਂ ਖੁਦ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਿਆ ਕਿ ਮੈਂ ਆਪਣੀ ਜੌਬ ਖੁਦ ਲੱਭਣੀ ਆ। ਤੇ ਸਭ ਤੋਂ ਪਹਿਲਾਂ ਯੂਨੀਵਰਸਿਟੀ 'ਚ ਮੈਂ ਜਿਹੜੀ ਆ ਆਪਣੀ ਕਲਾਸ 'ਚ ਸਭ ਤੋਂ ਫਸਟ ਬੱਚਾ ਸੀ ਜਿਹਨੂੰ ਜੌਬ ਮਿਲੀ। ਤੇ ਮੇਰੀ ਜਿਹੜਾ ਫਸਟ ਜੌਬ ਤੋਂ ਬਾਅਦ ਮੈਂ ਆਪਣੇ ਬਹੁਤ ਸਾਰੇ ਦੂਸਰੇ ਜਿਹੜੇ ਮੇਰੇ ਕਲਾਸਮੇਟ ਸੀ ਜਾਂ ਦੂਸਰਿਆਂ ਦੀ ਵੀ ਹੈਲਪ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਵੀ ਜੌਬ ਲੱਗ ਜੇ, ਜੋ ਕਿ ਹਰ ਇੱਕ ਦੀ ਕੋਸ਼ਿਸ਼ ਹੋਣੀ ਚਾਹੀਦੀ ਕਿ ਜੇ ਉਹਦੀ ਜੌਬ ਲੱਗ ਗਈ ਆ ਜਾਂ ਉਹਦਾ ਕੋਈ ਕਾਰੋਬਾਰ ਹੈ ਤੇ ਦੂਜਿਆਂ ਦੀ ਵੀ ਮਦਦ ਕਰੇ। ਸੋ ਬਸ ਇਸ ਤਰ੍ਹਾਂ ਮੈਂ ਫਿਰ ਜਿਹੜਾ ਮੇਰਾ ਜੌਬ ਦਾ ਸਫ਼ਰ ਆ ਉਹ ਫਸਟ ਜੌਬ ਜਿਹੜੀ ਮੇਰੀ ਮਾਲ ਆਫ ਅੰਮ੍ਰਿਤਸਰ ਦੇ ਵਿੱਚ ਸੀ, ਸੈਕਿੰਡ ਜੌਬ ਵੀ ਮੇਰੀ ਉੱਥੇ ਸੀ, ਤੇ ਉਸ ਤੋਂ ਬਾਅਦ ਮੈਂ ਆਪਣਾ ਬਿਜ਼ਨਸ ਸਟਾਰਟ ਕਰਨ ਦਾ ਸੋਚਿਆ। ਭੈਣ ਜੀ, ਆਮ ਤੌਰ 'ਤੇ ਕਿਹਾ ਜਾਂਦਾ ਹੈ, ਪੰਜਾਬ ਦੇ ਵਿੱਚ ਕਹਾਵਤ ਵੀ ਹੈ ਕਿ ਜਦੋਂ ਵੀ ਕੋਈ ਇੱਕ ਮਰਦ ਕਾਮਯਾਬ ਹੁੰਦਾ ਹੈ ਉਸ ਦੇ ਪਿੱਛੇ ਔਰਤ ਦਾ ਹੱਥ ਹੁੰਦਾ ਹੈ। ਤੁਸੀਂ ਇੱਕ ਔਰਤ ਹੋ, ਤੁਸੀਂ ਅੱਜ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਕਾਮਯਾਬ ਹੋ। ਤੁਹਾਡੇ ਪਿੱਛੇ ਕਿਸ ਜਿਹੜੀ ਆਪਾਂ ਜੇ ਕਾਮਯਾਬੀ ਦੀ ਗੱਲ ਕਰੀਏ, ਇਹ ਮਾਰਗਦਰਸ਼ਕ ਤੁਹਾਡਾ ਕੌਣ ਰਿਹਾ ਹੁਣ ਤੱਕ? ਮੇਰੇ ਪੇਰੈਂਟਸ ਵੀ ਤੇ ਮੇਰੇ ਹਸਬੈਂਡ ਵੀ, ਮੇਰਾ ਬ੍ਰਦਰ ਵੀ। ਸੋ ਫੈਮਿਲੀ ਬਹੁਤ ਇੰਪੋਰਟੈਂਟ ਫੈਕਟਰ ਆ। ਬਹੁਤ ਸਾਰੀਆਂ ਲੜਕੀਆਂ ਨੂੰ ਇੱਦਾਂ ਲੱਗਦਾ ਕਿ ਸਾਨੂੰ ਆਜ਼ਾਦੀ ਨਹੀਂ, ਇਸ ਕਰਕੇ ਅਸੀਂ ਨਹੀਂ ਕਰ ਪਾਏ। ਪਰ ਤੁਹਾਨੂੰ ਮੇਰੀ ਵੀ ਇੱਕ ਉਦਾਹਰਨ ਦੇਖਣੀ ਚਾਹੀਦੀ ਕਿ ਸਾਰੀ ਦੁਨੀਆ ਦੀ ਆਜ਼ਾਦੀ ਛੱਡ ਕੇ ਆਪਣੇ ਪਿੰਡ ਵਿੱਚ ਅਸੀਂ ਕੰਮ ਕਰ ਰਹੇ, ਆਪਣੇ ਪਿੰਡ 'ਚ ਇੰਟਰਨੈਟ ਚਲਾ ਕੇ। ਸੋ ਆਪਣੇ ਪੇਰੈਂਟਸ ਦੇ ਕੋਲ ਖੁਦ ਰਹਿਣਾ ਚਾਹੁੰਦੇ ਹਾਂ ਅਸੀਂ ਇਸ ਤਰ੍ਹਾਂ ਦੇ ਬੱਚੇ, ਤੇ ਸਾਨੂੰ ਇਸੇ ਤਰ੍ਹਾਂ ਦੇ ਹੀ ਬਣਨਾ ਚਾਹੀਦਾ ਹੈ। ਜੇ ਸਾਡੇ ਅੰਦਰ ਸਾਡੇ ਮਾਰਗਦਰਸ਼ਕ ਸਾਡੇ ਪੇਰੈਂਟਸ ਰਹਿਣਗੇ, ਭਾਵੇਂ ਉਹ ਕਿਵੇਂ ਦੇ ਵੀ ਹੋਣ, ਹੈ ਨਾ, ਸਾਡੀ ਇਮੀਡੀਏਟ ਫੈਮਿਲੀ ਮੈਂਬਰਸ ਰਹਿਣਗੇ, ਅਸੀਂ ਤੀਜੇ ਚੌਥੇ ਬੰਦੇ 'ਤੇ ਨਹੀਂ ਡਿਪੈਂਡ ਹੋਵਾਂਗੇ ਤੇ ਸਾਡੀ ਜ਼ਿੰਦਗੀ ਜਿਹੜੀ ਉਲਝੇਗੀ ਨਹੀਂ। ਸੋ ਮੈਨੂੰ ਜਿਹੜੇ ਵੈਲਿਊ ਸਿਸਟਮ ਆ, ਐਥਿਕਸ ਨੇ, ਸੰਸਕਾਰ ਨੇ, ਉਹ ਸਟਰੋਂਗ ਨੇ, ਤਾਂ ਕਰਕੇ ਮੈਂ ਕਹਾਂਗੀ ਮੈਂ ਅੱਜ ਇੱਥੇ ਹਾਂ। ਕਿਉਂਕਿ ਦੁਨੀਆ ਦੀ ਕੋਈ ਪੜ੍ਹਾਈ, ਕੋਈ ਕਿਤਾਬਾਂ ਤੁਹਾਨੂੰ ਇੱਥੋਂ ਤੱਕ ਨਹੀਂ ਲਿਆ ਸਕਦੀਆਂ, ਕੋਈ ਤੁਹਾਨੂੰ ਐਸ਼ੋ ਆਰਾਮ, ਕੋਈ ਮਟੀਰੀਅਲਿਸਟਿਕ ਚੀਜ਼ਾਂ ਨਹੀਂ ਲੈ ਸਕਦੀਆਂ ਜਦੋਂ ਤੱਕ ਜਦੋਂ ਤੱਕ ਤੁਹਾਡੇ 'ਚ ਸੰਸਕਾਰ ਨਹੀਂ, ਸਰਕਾਰ ਵੀ ਨਹੀਂ ਕੁਛ ਕਰ ਸਕਦੀ। ਜੇ ਤੁਹਾਡੇ 'ਚ ਸੰਸਕਾਰ ਨਹੀਂ ਕਿ ਤੁਸੀਂ ਸ਼ਰਾਬ ਨਹੀਂ ਪੀਣੀ, ਤੇ ਫਿਰ ਸਰਕਾਰ ਵੀ ਉਹਦੇ ਵਿੱਚ ਕੀ ਕਰ ਲੇਗੀ? ਅੱਜ ਅਸੀਂ ਇੰਨਾ ਸ਼ੋਰ ਮਚਾਉਂਦੇ ਕਿ ਸਰਕਾਰ ਕਰਕੇ ਇਹ ਹੋਇਆ, ਸਰਕਾਰ ਕਰਕੇ ਇਹ ਹੋਇਆ, ਤੇ ਪਰ ਦੇਖੋ ਕਿ ਸਾਡੇ ਸੰਸਕਾਰ ਵੀ ਬਹੁਤ ਮੈਟਰ ਕਰਦੇ ਕਿ ਘਰੋਂ ਅਸੀਂ ਕੀ ਸਿੱਖਿਆ। ਸੋ ਮਾਰਗਦਰਸ਼ਕ ਜਿਹੜੇ ਆ ਉਹ ਮੇਰੇ ਪੇਰੈਂਟਸ ਹੀ ਨੇ, ਤੇ ਬਾਕੀ ਮੇਰੇ ਹਸਬੈਂਡ ਨੇ ਮੈਨੂੰ ਬਿਜ਼ਨਸ ਪਰਸਪੈਕਟਿਵ ਨਾਲ, ਨੌਲੇਜ ਆਪਣੀ ਹੋਰ ਇਨਕਰੀਜ਼ ਕਰਨ ਨਾਲ, ਕਿੱਦਾਂ ਦਾ ਪੜ੍ਹਨਾ ਹੈ, ਕਿੱਦਾਂ ਅੱਗੇ ਵਧਣਾ ਹੈ, ਬਿਜ਼ਨਸ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ, ਕਲਾਇੰਟਸ ਨੂੰ ਕਿਵੇਂ ਹੈਂਡਲ ਕਰਨਾ ਹੈ। ਸੋ ਮੇਰਾ ਬ੍ਰਦਰ ਵੀ, ਜਿੱਦਾਂ ਕਿ ਉਹ IT 'ਚ BTech ਕੰਪਿਊਟਰ ਸਾਇੰਸ ਆ। ਸੋ ਸਾਰੇ ਮੇਰੇ ਬੜੇ ਵਧੀਆ ਟੀਚਰਸ ਨੇ, ਤੇ ਅਸੀਂ ਇੱਕ ਦੂਜੇ ਦੇ ਵੀ ਕਹਿ ਸਕਦੇ ਕਿ ਆਪਾਂ ਟੀਚਰਸ ਹਾਂ। ਭੈਣ ਜੀ, ਬਹੁਤ ਸਾਰੇ ਲੋਕ ਇਹ ਜਾਣਦੇ ਹੋਣਗੇ ਕਿ ਤੁਹਾਡਾ ਇੱਥੇ ਟਾਂਗਰਾ ਦੇ ਵਿੱਚ ਕੀ ਕੰਮ ਹੈ ਔਰ ਤੁਸੀਂ ਕੀ ਕਰਦੇ ਹੋ, ਪਰ ਕੁਝ ਲੋਕ ਹੋ ਸਕਦਾ ਜਿਹੜੇ ਦੇਖ ਰਹੇ ਆ ਮਨਦੀਪ ਕੌਰ ਸਿੱਧੂ ਨੂੰ ਤੇ ਬਹੁਤ ਸਾਰੇ ਲੋਕ ਜਾਣਦੇ ਆ, ਪਰ ਮੇਰੇ ਖਿਆਲ ਦੇ ਵਿੱਚ ਤੁਹਾਡਾ ਇੱਥੇ ਕੰਮ ਕੀ ਹੈਗਾ? ਲੜਕੇ ਲੜਕੀਆਂ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਤੁਸੀਂ ਇੱਥੇ ਜੌਬਸ ਪ੍ਰੋਵਾਈਡ ਕਰਦੇ ਹੋ। ਮੈਂ ਚਾਹੂੰਗਾ ਕਿ ਇੱਕ ਵਾਰੀ ਤੁਸੀਂ ਇਹ ਦੱਸੋ ਕਿ ਇੱਥੇ ਕੰਮ ਕੀ ਔਰ ਕਿਵੇਂ ਤੁਸੀਂ ਬੱਚਿਆਂ ਨੂੰ ਇੱਥੇ ਅੱਗੇ ਜਿਹੜੀਆਂ ਜੌਬਸ ਦਿੰਦੇ ਹੋ? ਜਿਵੇਂ ਕਿ ਮੈਂ ਦੱਸਿਆ, ਮੇਰੇ ਹਸਬੈਂਡ ਅਤੇ ਮੇਰੇ ਬ੍ਰਦਰ ਦਾ ਸੇਮ ਫੀਲਡ ਆ। ਮੇਰੇ ਹਸਬੈਂਡ ਨੂੰ 14 ਸਾਲ ਹੋ ਗਏ ਨੇ IT ਫੀਲਡ 'ਚ, ਇੱਕ ਕੰਪਨੀ ਦੇ ਡਾਇਰੈਕਟਰ ਨੇ, ਅਤੇ ਮੇਰਾ MBA ਫੀਲਡ ਆ। ਸੋ ਸਾਡਾ ਜਿਹੜਾ ਕੰਬੀਨੇਸ਼ਨ ਉਹ ਬੜਾ ਵਧੀਆ ਹੈ ਤਿੰਨਾਂ ਜਾਣਿਆਂ ਦਾ। ਸੋ ਅਸੀਂ ਮਿਲ ਕੇ ਜਿਹੜਾ ਵਾ ਇਸ ਬਿਜ਼ਨਸ ਨੂੰ ਇੱਕ ਵਧੀਆ ਲੀਹ 'ਤੇ ਜਿਹੜਾ ਉਹ ਲਿਆਂਦਾ ਹੈ, ਜਿਹਦੇ ਵਿੱਚ ਅਸੀਂ IT ਸਰਵਿਸਿਜ਼ ਦਿੰਦੇ ਹਾਂ। ਖਾਸ ਤੌਰ 'ਤੇ ਜਿਹੜੇ ਬੱਚਿਆਂ ਨੇ BTech ਕੰਪਿਊਟਰ ਸਾਇੰਸ ਅਤੇ IT ਕੀਤੀ ਆ, ਉਹਨਾਂ ਵਾਸਤੇ ਸਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਆ, ਭਾਵੇਂ ਟ੍ਰੇਨਿੰਗ ਹੋਵੇ, ਭਾਵੇਂ ਜੌਬਸ ਹੋਣ। ਸੋ ਅਸੀਂ, ਕਿਉਂਕਿ IT ਇੱਕ ਇੱਦਾਂ ਦਾ ਫੀਲਡ ਆ ਕਿ ਤੁਸੀਂ
ਪਿੰਡ ਵਿੱਚ ਰਹਿ ਕੇ ਵੀ ਅਮਰੀਕਾ ਦੇ ਕਲਾਇੰਟਸ ਜਿਹੜੇ ਆ ਉਹ ਤੁਸੀਂ ਹੈਂਡਲ ਕਰ ਸਕਦੇ ਹੋ। ਸੋ ਅੱਜ ਸਾਡੇ ਕੋਲ US ਆਰਮੀ ਤੱਕ ਨੂੰ ਅਸੀਂ ਸਰਵ ਕਰ ਰਹੇ ਹਾਂ ਟਾਂਗਰੇ 'ਚ ਬੈਠ ਕੇ, ਠੀਕ ਹੈ। ਇੱਦਾਂ ਦੇ ਸਾਡਾ ਕਲਾਇੰਟ ਹੈ ਕਿ ਜਿਹੜਾ US ਆਰਮੀ ਲਈ ਕੰਮ ਕਰਦਾ ਹੈ। ਸੋ ਕੋਈ ਛੋਟੀਆਂ ਗੱਲਾਂ ਨਹੀਂ ਹੈ। ਸੋ ਇਸ ਚੀਜ਼ ਲਈ ਇਹੀ ਹੈ ਕਿ ਬੇਸਿਕ ਸਾਡਾ ਜਿਹੜਾ ਕੰਮ ਆ ਉਹ IT ਸਰਵਿਸਿਜ਼ ਨੇ, ਸੌਫਟਵੇਅਰ ਡਿਵੈਲਪਮੈਂਟ ਆ, ਵੈਬਸਾਈਟ ਦਾ ਫਰੰਟ ਐਂਡ ਬੈਕ ਐਂਡ ਆ ਗਿਆ, ਰਾਈਟ। ਇੱਦਾਂ ਹੌਲੀ ਡਿਜੀਟਲ ਮਾਰਕੀਟਿੰਗ ਹੋ ਗਈ, ਡਿਜੀਟਲ ਐਡਵਰਟੀਜ਼ਮੈਂਟ ਕਿੱਦਾਂ ਕਰਨੀ ਆ, ਵੀਡੀਓ ਐਡੀਟਿੰਗ ਹੋ ਗਈ, ਐਨੀਮੇਟਿਡ ਵੀਡੀਓਜ਼ ਹੋ ਗਈਆਂ। ਸੋ ਇੱਦਾਂ ਦੇ IT ਨਾਲ ਰਿਲੇਟਿਡ ਜਿਹੜੇ ਸਾਰੇ ਕੰਮ ਆ ਉਹ ਸਾਡੇ ਕੰਮ ਆ। ਅਤੇ ਉਸ ਤੋਂ ਬਾਅਦ ਮੈਨੂੰ ਇਹ ਵੀ ਬੜੀ ਖੁਸ਼ੀ ਕਿ ਮੇਰੇ ਪਿੰਡ ਦੇ ਬੱਚੇ ਜਿਨ੍ਹਾਂ ਦੀ ਕੋਈ IT ਬੈਕਗਰਾਊਂਡ ਨਹੀਂ, ਠੀਕ ਹੈ, ਜਿਨ੍ਹਾਂ ਨੂੰ ਜੋਬ ਦੀ ਸਖਤ ਜ਼ਰੂਰਤ ਸੀ, ਠੀਕ ਹੈ, ਉਹਨਾਂ ਨੂੰ ਮੈਂ ਨੋਰਮਲ ਸਟਾਈਪੈਂਡ 'ਤੇ, ਕਈ ਇਹੋ ਜਿਹੇ ਬੱਚੇ ਜਿਹੜੇ ਫ੍ਰੀ ਆਏ 15-20 ਦਿਨ ਜਾਂ ਮਹੀਨਾ 2 ਮਹੀਨੇ, ਕਈ ਇਹੋ ਜਿਹੇ ਬੱਚੇ ਨੇ ਜਿਨ੍ਹਾਂ ਨੂੰ ਬਹੁਤ ਹੀ ਲੋੜ ਸੀ ਅਤੇ ਮੈਨੂੰ ਉਲਟਾ ਉਹਨਾਂ ਨੂੰ ਸਿਖਾਉਣ ਲਈ ਮੈਂ ਉਹਨਾਂ ਨੂੰ ਪੇ ਕੀਤਾ ਕਿ ਤੁਸੀਂ ਸਿੱਖ ਲਓ ਅਤੇ ਤੁਹਾਡੇ ਘਰਦਿਆਂ ਨੂੰ ਲੱਗੇਗਾ ਕਿ ਤੁਸੀਂ ਜੋਬ ਕਰ ਰਹੇ ਜੇ। ਬਟ ਉਹਨਾਂ ਵਿੱਚੋਂ ਹੀ ਮੇਰੇ ਕੋਲ ਘੱਟੋ ਘੱਟ ਵੀ ਮੈਂ ਲਾਵਾਂ ਤੇ 5 ਅਜਿਹੀਆਂ ਐਗਜ਼ਾਮਪਲ ਹੋਣਗੀਆਂ ਜਿਹੜੇ ਬੱਚਿਆਂ ਨੇ ਬਹੁਤ ਮਿਹਨਤ ਕਰਕੇ, ਜਿਨ੍ਹਾਂ 'ਚੋਂ ਇੱਕ ਮੈਂ ਕੱਲ੍ਹ ਪਰਸੋਂ ਹੀ ਆਰਟੀਕਲ ਲਿਖਿਆ ਜਿਹੜਾ ਤੁਸੀਂ ਵੀ ਦੱਸ ਰਹੇ ਸੀ ਕਿ ਜੋਬਨ, ਜਿੱਦਾਂ ਮੈਂ ਐਗਜ਼ਾਮਪਲ ਦਿੱਤਾ ਕਿ ਇਹੋ ਜਿਹੇ ਬੱਚੇ ਬਣ ਚੁੱਕੇ ਨੇ ਜਿਨ੍ਹਾਂ ਨੂੰ ਅਮਰੀਕਾ 'ਚ ਕਲਾਇੰਟਸ ਕਹਿ ਰਹੇ ਕਿ ਇਹਨੂੰ ਸਾਡੇ ਕੋਲ ਭੇਜੋ। ਸੋ ਜਿਹੜਾ ਬੱਚੇ ਦੀ ਕੋਈ IT ਦੀ ਬੈਕਗਰਾਊਂਡ ਨਹੀਂ ਆ ਬਟ ਉਹ ਮਿਹਨਤੀ ਆ, ਉਹ ਕਿਤੇ ਵੀ ਪਹੁੰਚ ਸਕਦਾ। ਪਲੱਸ ਕੰਪਿਊਟਰਸ ਇੱਕ ਇਹੋ ਜਿਹੀ ਫੀਲਡ ਆ ਕਿ ਤੁਸੀਂ ਥੋੜ੍ਹੇ ਟਾਈਮ 'ਚ ਹੀ ਬੜਾ ਕੁਛ ਇਹਦੇ ਵਿੱਚ ਸਿੱਖ ਸਕਦੇ ਜੇ। ਸੋ ਦੂਜਿਆਂ ਨੂੰ ਵੀ ਮੈਂ ਦੱਸਣਾ ਚਾਹਾਂਗੀ ਕਿ ਲੋਕੀ ਬਿਜ਼ਨਸ ਆਈਡੀਆਜ਼ ਲੱਭਦੇ ਨੇ ਅਤੇ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕਾਂ ਨੂੰ ਜੇ ਇੰਟਰਸਟ ਹੈ ਤਾਂ ਉਹਨਾਂ ਨੂੰ IT ਸਰਵਿਸਿਜ਼ ਦੇ ਬਿਜ਼ਨਸ 'ਚ ਜਾਣਾ ਚਾਹੀਦਾ। ਭੈਣ ਜੀ, ਇੱਕ ਸਭ ਤੋਂ ਅਹਿਮ ਔਰ ਖ਼ਾਸ ਸਵਾਲ, ਪੰਜਾਬ ਦੇ ਨੌਜਵਾਨ ਇਸ ਸਮੇਂ ਹੋੜ ਲੱਗੀ ਆ, ਕੋਈ ਕੈਨੇਡਾ ਸੈਟਲ ਹੋਣਾ ਚਾਹੁੰਦਾ ਹੈ, ਕੋਈ ਆਸਟ੍ਰੇਲੀਆ ਚਾਹੁੰਦਾ ਹੈ, ਔਰ ਜੇ ਤਾਂ ਆਪਾਂ ਕਿਸੇ ਨੂੰ US ਦੀ ਗੱਲ ਕਰ ਲਈਏ ਤਾਂ ਮੇਰੇ ਖਿਆਲ ਉਹ ਆਪਣੇ ਪਿੰਡਾਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ। ਤੁਸੀਂ, ਤੁਹਾਡੇ ਹਸਬੈਂਡ ਉੱਥੇ ਰਹਿ ਰਹੇ US ਦੇ ਵਿੱਚ, ਤੁਸੀਂ ਇੱਥੇ ਸੈਟਲ ਸਭ ਕੁਝ ਕੀਤਾ ਹੋਇਆ ਹੈ, ਆਪਣੇ ਪਿੰਡ ਨਾਲ ਇੰਨਾ ਮੋਹ ਹੋਣ ਦਾ ਕੀ ਕਾਰਨ? ਮੇਰੀ ਲਾਈਫ ਜਿਹੜੀ ਆ ਉਹ ਪੜ੍ਹਾਈ ਨੇ ਬਹੁਤ ਜ਼ਿਆਦਾ ਬਦਲੀ ਆ, ਮੇਰੇ ਬਿਜ਼ਨਸ ਨੇ ਬਹੁਤ ਬਦਲੀ ਆ, ਅਤੇ ਮੇਰੇ ਹਸਬੈਂਡ ਦੀ ਸਪੋਰਟ ਨਾਲ ਮੈਂ ਇੱਕ ਬਿਲਕੁਲ ਡਿਫਰੈਂਟ ਇੱਕ ਪਲੈਟਫਾਰਮ 'ਤੇ ਆ ਚੁੱਕੀ ਹਾਂ। ਨੋ ਡਾਊਟ ਕਿ ਪੰਜਾਬੀਆਂ ਨੇ ਵੀ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ, ਫੈਮਲੀਜ਼ ਨੇ ਬੜਾ ਪਿਆਰ ਦਿੱਤਾ ਹੈ। ਮੈਂ ਜੇ ਇੱਕੋ ਮਤਲਬ ਕਿ ਥੋੜ੍ਹੇ ਲਫ਼ਜ਼ਾਂ 'ਚ ਜੇ ਮੈਂ ਕਹਾਂ ਤਾਂ ਮੈਂ ਇਹ ਕਹਾਂਗੀ ਕਿ ਮੈਂ ਆਪਣੀ ਜ਼ਿੰਦਗੀ ਦੇ ਬਦਲਾਵ ਤੋਂ ਬਹੁਤ ਖੁਸ਼ ਹਾਂ। ਅਤੇ ਹਾਲਾਂਕਿ ਅੱਜ ਮੇਰੇ ਕੋਲ ਸਾਰਾ ਕੁਛ ਆ, ਫਿਰ ਵੀ ਮੈਂ ਸਾਦਗੀ ਪ੍ਰੈਫਰ ਕਰਾਂਗੀ, ਠੀਕ ਹੈ। ਫਿਰ ਵੀ ਮੈਨੂੰ ਬੜੀ ਖੁਸ਼ੀ ਹੁੰਦੀ ਕਿ ਸਵੇਰੇ ਪਰੌਂਠੀ ਚਾਰ ਨਾ ਖਾਓ, ਹੈ ਨਾ, ਜੇ ਇੱਦਾਂ ਦੇ ਮੇਰੇ ਸੁਭਾਅ ਆ, ਕਿਉਂਕਿ ਸ਼ੁਰੂ ਤੋਂ ਆਪਾਂ ਇੱਦਾਂ ਹੀ ਰਹੇ। ਸੋ ਮੈਨੂੰ ਇਹ ਲੱਗਦਾ ਕਿ ਖੁਦ ਦੀ ਜ਼ਿੰਦਗੀ ਦਾ ਜਿਹੜਾ ਮੇਰਾ ਪੂਰਾ ਬਦਲਾਵ ਆ ਗਿਆ ਇੱਕ, ਸੋ ਇੱਥੇ ਬਹੁਤ ਸਾਰੇ ਬੱਚਿਆਂ ਦੀ ਜ਼ਿੰਦਗੀ 'ਚ ਇੱਕ ਪੂਰਾ ਬਦਲਾਵ ਆ ਸਕਦਾ ਜੇ ਇਹਨਾਂ ਕੋਲ ਰਾਈਟ ਪਰਸਨ ਉਹਨਾਂ ਦੇ ਕੋਲ ਹੋਵੇਗਾ। ਸੋ ਬਿਲਕੁਲ ਇਸੇ ਸੋਚ ਨਾਲ ਹੀ ਮੈਂ ਟਾਂਗਰੇ ਦੇ ਵਿੱਚ ਆਪਣੀ ਪੂਰੀ ਸੈਟਲਮੈਂਟ ਕੀਤੀ ਆ ਕਿ ਮੈਂ ਬੱਚਿਆਂ ਨੂੰ ਗਰੋ ਕਰਦੇ ਵੇਖਣਾ ਚਾਹੁੰਦੀ ਹਾਂ, ਉਹਨਾਂ ਨੂੰ ਆਪਣੇ ਆਪ 'ਚ ਵਿਸ਼ਵਾਸ ਹੋਵੇ, ਭਾਵੇਂ ਉਹ ਸਹੀ ਸਕੂਲਾਂ 'ਚ ਪ੍ਰੋਪਰ ਨਹੀਂ ਪੜ੍ਹੇ, ਪਰ ਜੇ ਉਹਨਾਂ ਨੂੰ ਸਹੀ ਟ੍ਰੇਨਿੰਗ ਮਿਲ ਜੇਗੀ ਇੱਥੇ, ਅੱਛੇ ਸਾਡੇ ਇੰਪਲੋਈਜ਼ ਨਾਲ ਉਹ ਸਿੱਖਣਗੇ ਅਤੇ ਵਾਕਈ ਉਹਨਾਂ ਦੀ ਜ਼ਿੰਦਗੀ 'ਚ ਬਦਲਾਵ ਜਿਹੜਾ ਆਏਗਾ। ਅਤੇ 7 ਸਾਲ ਹੋ ਗਏ ਨੇ ਮੈਨੂੰ ਬਿਜ਼ਨਸ ਕਰਦੇ, ਅਤੇ ਮੈਂ ਬਹੁਤ ਸਾਰੇ ਬੱਚੇ ਜਿਹੜੇ ਆ ਉਦਾਹਰਣ ਆ ਮੇਰੀ ਕੰਪਨੀ ਦੇ ਜਿਨ੍ਹਾਂ ਦੀ ਲਾਈਫ 'ਚ ਮੈਂ ਵਾਕਈ ਇੱਕ ਬਦਲਾਵ ਦੇਖਿਆ, ਅਤੇ ਮੈਨੂੰ ਉਹਨਾਂ ਨੂੰ ਦੇਖ ਕੇ ਅੱਜ ਬਹੁਤ ਖੁਸ਼ੀ ਹੁੰਦੀ ਹੈ। ਇੰਝ ਜਦੋਂ ਤੁਹਾਨੂੰ ਮੇਰੇ ਖਿਆਲ 5 ਸਾਲ ਤੋਂ ਉੱਪਰ ਹੋ ਗਿਆ ਤੁਹਾਨੂੰ ਇੱਥੇ, ਹੈ ਨਾ ਜੀ, ਜਦੋਂ ਤੁਸੀਂ ਲਗਭਗ ਤੁਹਾਡੇ ਕੋਲ ਤੁਸੀਂ ਦੱਸਿਆ ਕਿ 10+2 12ਵੀਂ ਜਮਾਤ ਪਾਸ, ਤੁਹਾਡੇ ਕੋਲ ਜਿਹੜੇ 4 ਜਾਂ 5,000 ਜਾਂ 6,000 ਦੀ ਸੈਲਰੀ 'ਤੇ ਆਏ, ਅੱਜ ਉਹਨਾਂ ਦੀ ਕਿਸੇ ਦੀ 20,000 ਹੈ, ਕਿਸੇ ਦੀ 30,000 ਸੈਲਰੀ ਹੈ, ਉਹ ਤੁਹਾਡੇ ਕਰਕੇ ਹੋਇਆ। ਪਰਮਾਤਮਾ ਨੇ ਤੁਹਾਨੂੰ ਉੱਦਮ ਦਿੱਤਾ ਔਰ ਉਹ ਆਪਣੇ ਇਲਾਕੇ ਦੇ ਵਿੱਚ ਹੀ ਕਾਮਯਾਬ ਹੋਏ। ਕਿਵੇਂ ਲੱਗਦਾ ਹੈ ਜਦੋਂ ਤੁਸੀਂ ਉਹਨਾਂ ਦੇ ਫੈਮਿਲੀ ਮੈਂਬਰਸ, ਉਹਨਾਂ ਦੇ ਮਾਤਾ ਪਿਤਾ ਤੁਹਾਡੇ ਕੋਲ ਆ ਕੇ ਤੁਹਾਨੂੰ ਅਸੀਸਾਂ ਦਿੰਦੇ, ਤੁਹਾਨੂੰ ਦੁਆਵਾਂ ਦਿੰਦੇ ਆ, ਔਰ ਉਹ ਬੱਚਿਆਂ ਦੇ ਚਿਹਰਿਆਂ ਦੇ ਉੱਤੇ ਤੁਸੀਂ ਖੁਸ਼ੀ ਦੇਖਦੇ ਹੋ, ਕਿਵੇਂ ਲੱਗਦਾ ਹੈ ਉਦੋਂ? ਬਹੁਤ ਮੈਨੂੰ ਅੱਛਾ ਲੱਗਦਾ ਹੈ। ਅਤੇ ਇਹਦੀ ਮੈਂ ਬੜੀ ਅੱਛੀ ਐਗਜ਼ਾਮਪਲ ਦੇਣਾ ਚਾਹੁੰਦੀ ਕਿ ਹੁਣ ਜਦੋਂ ਲੋਕਡਾਊਨ ਦਾ ਪੀਰੀਅਡ ਸੀ ਅਤੇ ਸਾਡੀ ਕੰਪਨੀ ਇੰਨੀ ਸક્ષਮ ਸੀ, ਸਾਡੇ ਬੱਚਿਆਂ ਨੇ ਮਿਹਨਤ ਕਰਕੇ ਇੰਨੀ ਕੰਪਨੀ 'ਤੇ ਆਲਰੇਡੀ ਮਿਹਨਤ ਕੀਤੀ ਸੀ। ਇਹ ਨਹੀਂ ਮੈਂ ਕਹਿੰਦੀ ਕਿ ਮੇਰੇ ਕੋਲ ਬਹੁਤ ਜ਼ਿਆਦਾ ਪੈਸੇ ਅਤੇ ਬਹੁਤ ਜ਼ਿਆਦਾ ਪ੍ਰੋਫਿਟ ਆ, ਪਰ ਉਹਨਾਂ ਨੂੰ ਆਪਣੇ ਆਪ 'ਤੇ ਵਿਸ਼ਵਾਸ ਹੀ ਇੰਨੇ ਸક્ષਮ ਸੀ ਕਿ ਅਸੀਂ ਲੋਕਡਾਊਨ 'ਚ ਕਿਸੇ ਦੀ ਸੈਲਰੀ ਜਿਹੜੀ ਆ ਉਹ ਨਾ ਘੱਟ ਕੀਤੀ ਆ, ਨਾ ਹੀ ਆਪਣੀ ਕੰਪਨੀ 'ਚੋਂ ਕੋਈ ਬੰਦਾ ਕੱਢਿਆ। ਜਿਹੜੇ ਬੱਚੇ ਨਹੀਂ ਆ ਪਾ ਰਹੇ ਸੀ ਕੰਪਨੀ ਦੇ ਵਿੱਚ, ਹੈ ਨਾ, 33% ਸਟਾਫ ਸੀ ਪਿੱਛੇ ਜੇ ਕਿ ਇੰਨਾ ਹੀ ਆ ਸਕਦਾ ਹੈ, ਪਰ ਜਿਹੜੇ ਇੱਥੇ ਸੀ ਉਹਨਾਂ ਨੇ ਦੂਜਿਆਂ ਦਾ ਵੀ ਕੰਮ ਕੀਤਾ,
ਉਹਨਾਂ ਨੇ ਕੰਪਨੀ ਨੂੰ ਨਹੀਂ ਹਿੱਲਣ ਦਿੱਤਾ। ਜੇ 50% ਸਾਡਾ ਬਿਜ਼ਨਸ ਹਿੱਲਿਆ ਵਾ ਤੇ ਉਹਨਾਂ ਨੇ 50% ਹੋਰ ਨਵਾਂ ਬਿਜ਼ਨਸ ਲਿਆਉਣ 'ਚ ਵੀ ਬੜੀ ਮਿਹਨਤ ਕੀਤੀ। ਸੋ 0 ਤੋਂ 100 ਤੱਕ ਜਾਣ ਵਾਲੀ ਗੱਲ ਕਿ ਮੈਂ ਖੁਦ 0 ਤੋਂ 100 ਤੱਕ ਆਈ ਹਾਂ, ਰਾਈਟ। ਕਿ ਬਿਲਕੁਲ ਜਦੋਂ ਅਸੀਂ ਇੱਕ ਉਹ ਦੌਰ ਹੀ ਕਿ ਜਦੋਂ ਪੇਰੈਂਟਸ ਨੂੰ ਫੀਸ ਪੇ ਕਰਨ ਲੱਗੇ ਵੀ ਨਾ ਔਖਾ ਲੱਗਦਾ ਸੀ, ਅੱਜ ਅਸੀਂ ਕਈਆਂ ਨੂੰ ਹੈਲਪ ਕਰ ਦਿੰਦੇ ਹਾਂ, ਰਾਈਟ। ਸੋ ਇੱਦਾਂ ਹੀ ਸਾਡੇ ਜਿਹੜੇ ਇੰਪਲੋਈਜ਼ ਆ ਇਹਨਾਂ ਨੇ ਵੀ ਆਪਣੀ ਇੱਕ ਬਿਲਕੁਲ ਬੇਸਿਕ ਲਾਈਫ ਤੋਂ ਆਪ ਨੂੰ ਗਰੋ ਕੀਤੇ ਜਿਹੜਾ ਉਹ ਵੇਖਦੇ ਆ। ਅਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਬਹੁਤ ਅੱਛਾ ਫੀਲ ਹੁੰਦਾ ਹੈ ਅਤੇ ਮੈਨੂੰ ਤਾਂ ਜਿਹੜਾ ਉਹ ਹੁੰਦਾ ਹੀ ਹੁੰਦਾ ਹੈ, ਉਹਨਾਂ ਦੇ ਪੇਰੈਂਟਸ ਆ ਜਾਂ ਕੋਈ ਵੀ ਆ। ਸੋ ਪਿੰਡਾਂ ਵਿੱਚ ਇਹੀ ਤਾਂ ਖਾਸ ਗੱਲ ਆ, ਅਸੀਂ ਪਿੰਡ ਛੱਡ ਕੇ ਪਤਾ ਨਹੀਂ ਕਿੱਥੇ ਕਿੱਥੇ ਜਾ ਰਹੇ ਹਾਂ, ਪਰ ਜਿਹੜਾ ਪਿੰਡਾਂ ਦਾ ਮੋਹ ਆ, ਠੀਕ ਆ, ਜਿਹੜੀ ਰਿਸਪੈਕਟ ਆ ਲੋਕੀ ਅੱਜ ਵੀ ਇੰਨੀ ਕਰਦੇ ਨੇ। ਹੁਣ ਜੇ ਮੈਂ ਲਿਖਦੀ ਵੀ ਹਾਂ ਅਤੇ ਮੇਰੀ ਸੋਚ ਨਾਲ ਮੇਰੇ ਨਾਲ ਜਿਹੜੇ ਬੱਚੇ ਮੇਰੇ ਪਿੰਡਾਂ 'ਚ ਰਹਿੰਦੇ ਨੇ ਉਹ ਮੈਚ ਜ਼ਿਆਦਾ ਕਰਦੇ ਆ। ਮੈਂ ਇਹ ਨਹੀਂ ਕਹਿ ਸਕਦੀ ਕਿ ਕੋਈ ਬਹੁਤ ਹੀ ਪੜ੍ਹਿਆ ਲਿਖਿਆ ਅਤੇ ਮੇਰੀ ਸੋਚ ਉਹਨਾਂ ਨਾਲ ਮੈਚ ਕਰਦੀ। ਸੋ ਕਿਉਂਕਿ ਅਸੀਂ ਆਮ ਘਰਾਂ ਦੇ ਬੱਚੇ ਹਾਂ ਅਤੇ ਮੈਨੂੰ ਲੱਗਦਾ ਕਿ ਮੈਂ ਆਪਣੇ ਆਪ 'ਚ ਹੁਣ ਉਹਨਾਂ 'ਚ ਆਪਣੇ ਆਪ ਨੂੰ ਜਿਹੜਾ ਮੈਂ ਵੇਖਣ ਲੱਗ ਪਈ ਹਾਂ। ਭੈਣ ਜੀ, ਜਿਵੇਂ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਕਿ ਜਿੰਨੇ ਵੀ ਨੌਜਵਾਨ ਆ ਇਹੋ ਹੀ ਚਾਹੁੰਦੇ ਕਿ ਮੈਂ ਹਿੰਦੁਸਤਾਨ ਤੋਂ ਬਾਹਰ ਜਾ ਕੇ ਸੈਟਲ ਹੋਣਾ। ਉਹਨਾਂ ਬੱਚਿਆਂ ਨੂੰ ਤੁਸੀਂ ਆਪਣੇ ਵੱਲੋਂ ਕੀ ਕਹਿਣਾ ਚਾਹੋਗੇ ਕਿ ਜੇ ਉਹ ਜਨੂੰਨ ਦੇ ਨਾਲ, ਹਿੰਮਤ ਦੇ ਨਾਲ ਕੰਮ ਕਰਨ, ਇੱਥੇ ਉਹ ਸੈਟਲ ਹੋ ਸਕਦੇ ਇੰਡੀਆ ਦੇ ਵਿੱਚ? ਉਹਨਾਂ ਦੇ ਬਜ਼ੁਰਗ ਮਾਪੇ ਰੁਲ ਜਾਂਦੇ ਆ। ਕਈਆਂ ਦੇ ਵਿੱਚ ਆਪਾਂ ਇਹ ਦੇਖਿਆ ਕਿ ਬੱਚੇ ਬਾਹਰ ਹੁੰਦੇ ਆ, ਮਾਤਾ ਪਿਤਾ ਦੇ ਪਿੱਛੋਂ ਉਹਨਾਂ ਦੀ ਮੌਤ ਵੀ ਹੋ ਜਾਂਦੀ, ਉਦੋਂ ਵੀ ਨਹੀਂ ਉਹਨਾਂ ਕੋਲ ਆਇਆ ਜਾਂਦਾ। ਉਹਨਾਂ ਬੱਚਿਆਂ ਦੇ ਲਈ ਕੀ ਕਹਿਣਾ ਚਾਹੋਗੇ ਕਿ ਉਹ ਬੱਚੇ ਇੱਥੇ ਸੈਟਲ ਹੋ ਸਕਦੇ ਹੋ ਜੇ ਚਾਹੁਣ ਤੇ? ਇੱਥੇ ਮੈਂ ਖੁਦ ਦਾ ਜੇ ਐਗਜ਼ਾਮਪਲ ਲਵਾਂ ਤਾਂ ਇੱਕ ਹੁੰਦਾ ਹੈ ਕਿ ਜਦੋਂ ਸਪੋਜ਼ ਤੁਸੀਂ ਕਿਸੇ ਨਾਲ ਮਿਲ ਗਏ, ਸਪੋਜ਼ ਮੇਰੀ ਮੈਰਿਜ ਹੋ ਗਈ ਅਤੇ ਇੱਦਾਂ ਲੱਗਦਾ ਕਿ ਸ਼ਾਇਦ ਉਸ ਤੋਂ ਬਾਅਦ ਤੁਸੀਂ ਤੁਸੀਂ ਫਾਈਨੈਂਸ਼ਲੀ ਵੀ ਬੜੇ ਸਾਊਂਡ ਹੋ ਗਏ ਅਤੇ ਸ਼ਾਇਦ ਤਾਂ ਤੁਸੀਂ ਕੀਤਾ ਹੈ। ਇਹ ਵੀ ਮੈਂ ਸਾਰਿਆਂ ਨੂੰ ਕਲੈਰਿਟੀ ਕਰਨਾ ਚਾਹੁੰਦੀ ਕਿ ਮੈਂ ਆਪਣੀ ਜ਼ਿੰਦਗੀ ਨੂੰ ਇੱਕ ਐਕਸਪੈਰੀਮੈਂਟ ਵਾਂਗੂ ਜੀਇਆ। ਅੱਜ ਵੀ ਮੈਨੂੰ ਪਤਾ ਹੈ ਕਿ ਜਿੰਨੀ ਮੈਂ ਸੇਲ ਕਰ ਰਹੀ ਨਾ ਸਾਲ ਦੀ, ਉਨੀ ਮੇਰੇ ਹਸਬੈਂਡ ਮੈਨੂੰ ਸਿੱਧੇ ਪੈਸੇ ਦੇ ਸਕਦੇ ਆ, ਠੀਕ ਹੈ। ਸੋ ਪਰ ਮੇਰੇ 'ਚ ਇੰਨੇ ਗਟਸ ਨੇ, ਇੰਨਾ ਮੈਂ ਆਪਣੇ ਆਪ ਨੂੰ ਆਪਣੇ ਆਪ 'ਚ ਸਟੈਂਡ ਰੱਖਿਆ ਅਤੇ ਉਹ ਵੀ ਮੈਨੂੰ ਇੱਦਾਂ ਦੇ, ਉਹਨਾਂ ਨੇ ਵੀ ਮੈਨੂੰ ਇੱਦਾਂ ਦਾ ਬਣਾਇਆ ਹੈ ਕਿ ਵਿਦਾਊਟ ਯੂਜ਼ਿੰਗ ਫੈਮਿਲੀ ਮਨੀ ਆਪਣਾ ਕੈਲੀਬਰ ਚੈੱਕ ਕਰਨਾ, ਠੀਕ ਹੈ। ਸੋ ਇਹੀ ਮੈਂ ਕਹਿ ਰਹੀ ਕਿ ਹੁਣ ਮੈਂ 7 ਸਾਲ 'ਚ ਕਦੀ ਬੈਂਕ ਲੋਨ ਨਹੀਂ ਲਿਆ, ਠੀਕ ਹੈ। ਹੁਣ ਮੈਂ 7 ਸਾਲ ਬਾਅਦ ਜਦੋਂ ਮੇਰਾ ਬਿਜ਼ਨਸ ਪੂਰਾ ਸੈਟਲ ਆ, ਹੁਣ ਮੈਂ ਸੋਚਿਆ ਕਿ ਹੁਣ ਮੈਂ ਬੈਂਕ ਲੋਨ ਲਵਾਂਗੀ ਕਿਉਂਕਿ ਮੈਨੂੰ ਵੱਡਾ ਕਰਨਾ ਚਾਹੁੰਦੀ ਅੱਗੋਂ, ਠੀਕ ਆ। ਅਤੇ ਇੱਕ ਪ੍ਰੋਫਿਟੇਬਲ ਸਟੇਜ ਤੋਂ ਵੱਡਾ ਕਰਾਂਗੀ ਹੁਣ। ਇੱਦਾਂ ਨਹੀਂ ਕਿ ਮੈਂ ਕੋਈ ਬੜੇ ਡੈਟ ਵਿੱਚ ਹਾਂ, ਬਹੁਤ ਜ਼ਿਆਦਾ ਕੋਈ ਕਰਜ਼ੇ ਆ ਕਿ ਜਿਹਦੇ ਕਰਕੇ ਮੈਨੂੰ ਲੋਨ ਲੈਣਾ ਪੈ ਰਿਹਾ। ਨਹੀਂ, ਮੈਂ ਆਪਣੀ ਕੰਪਨੀ ਨੂੰ ਹੋਰ ਵਧੀਆ ਕਰਨਾ ਚਾਹੁੰਦੀ। ਸੋ ਇਹੀ ਸੋਚ ਨਾਲ ਕਿ ਤੁਸੀਂ ਅੱਗੇ ਪੈਸਾ ਵੀ ਕਿਸੇ ਕੋਲ ਹੋਵੇ ਨਾ, ਕਿਸੇ ਕੋਲ ਕੈਲੀਬਰ ਨਹੀਂ ਨਾ, ਪੈਸ਼ਨ ਨਹੀਂ, ਜਜ਼ਬਾ ਨਹੀਂ, ਉਹਨੂੰ ਕਰੋੜ ਰੁਪਇਆ ਵੀ ਉਹਦਾ ਬਾਪ ਦੇ ਦੇਣਾ, ਉਹ ਖਤਮ ਕਰ ਦੇਗਾ ਉਹਨੂੰ, ਠੀਕ ਆ। ਪਰ ਜਿਹਦੇ 'ਚ ਜਜ਼ਬਾ ਵਾ, ਜਿਹਨੂੰ ਅੰਦਰੋਂ ਆਪਣੇ ਪੇਰੈਂਟਸ ਨੂੰ ਜਿਹੜਾ ਬੰਦਾ ਫੀਲ ਕਰ ਸਕਦਾ, ਆਪਣੇ ਫਾਦਰ ਦਾ ਪੂਰਾ ਵਹਿੰਦਾ ਪਸੀਨਾ ਜਿਹਨੂੰ ਫੀਲ ਹੁੰਦਾ ਜਦੋਂ ਉਹਨੂੰ ਇੰਨੀ ਵਾਰੀ ਸੱਟ ਲੱਗੀ, ਜਦੋਂ ਉਹਨੂੰ ਯਾਦ ਰਹੇਗਾ, ਅਤੇ ਮੈਨੂੰ ਲੱਗਦਾ ਕਿ ਅਸੀਂ ਕਿਉਂ ਨਹੀਂ ਮਿਹਨਤ ਕਰ ਸਕਦੇ। ਸੋ ਜੇ ਵਾਕਈ ਅਸੀਂ ਲਾਈਫ 'ਚ ਕੁਛ ਬਣਨਾ ਤਾਂ ਸਾਨੂੰ ਆਪਣੇ ਮਾਈਂਡ 'ਚ ਆਪਣੇ ਪੇਰੈਂਟਸ ਵਾਂਗੂ ਹੀ ਆਪਣੇ ਪੰਜਾਬ ਨੂੰ, ਆਪਣੀ ਧਰਤੀ ਨੂੰ ਰੱਖਣਾ ਪਏਗਾ, ਤਾਂ ਹੀ ਅਸੀਂ ਉਹਦੇ ਲਈ ਕੁਝ ਕਰ ਸਕਦੇ ਹਾਂ। ਅਤੇ ਮੈਨੂੰ ਜੇ ਪੁੱਛੋ ਤਾਂ ਮੈਨੂੰ ਬਹੁਤ ਡਿਫਰੈਂਸ ਨਹੀਂ ਲੱਗਦਾ। ਮੈਂ ਤੁਹਾਨੂੰ ਦੱਸਿਆ ਹੀ ਹੈ ਕਿ 15-20 ਆਲਮੋਸਟ ਟਾਈਮ ਮੈਂ US ਚੱਲ ਗਈ ਹੋਣੀ ਹੁਣ ਤੱਕ, ਹੈ ਨਾ। ਸੋ ਮੈਨੂੰ ਲੱਗਦਾ ਕਿ ਉੱਥੋਂ ਦਾ ਵੀ ਮੈਂ ਕਲਚਰ ਵੇਖਿਆ। ਅਸੀਂ ਗੱਲ ਵੀ ਕਰ ਰਹੇ ਸੀ ਕਿ ਸਭ ਤੋਂ ਪਹਿਲਾਂ ਅਸੀਂ ਬੋਲੀ ਦੇ ਗੁਲਾਮ ਹੋ ਜਾਂਦੇ। ਜਦੋਂ ਅਸੀਂ ਬੋਲੀ ਦੇ ਗੁਲਾਮ ਹੋ ਜਾਂਦੇ, ਸਾਡੇ ਐਕਸਪ੍ਰੈਸ਼ਨਸ ਚੇਂਜ, ਸਾਡੀਆਂ ਫੀਲਿੰਗਸ ਚੇਂਜ, ਠੀਕ ਹੈ, ਬਹੁਤ ਕੁਝ ਸਾਡੇ ਅੰਦਰ ਬਦਲਾਵ ਆ ਜਾਂਦਾ। ਅਤੇ ਜਦੋਂ ਅਸੀਂ ਆਪਣੇ ਪਿੰਡ ਰਹਿੰਦੇ ਹਾਂ, ਆਪਣੇ ਪੰਜਾਬ ਰਹਿੰਦੇ ਹਾਂ, ਆਪਣੇ ਪੇਰੈਂਟਸ ਦੇ ਕੋਲ ਰਹਿੰਦੇ ਹਾਂ, ਅਸੀਂ ਉਹਨੂੰ ਖੁੱਲ੍ਹ ਕੇ ਐਕਸਪ੍ਰੈਸ ਕਰ ਸਕਦੇ ਹਾਂ, ਠੀਕ ਹੈ। ਅਸੀਂ ਕਹਿ ਸਕਦੇ ਕਿ ਵੇਖੀ ਜਾਊਗੀ, ਅਸੀਂ ਕਰ ਦਾਂਗੇ, ਤੈਨੂੰ ਕਰਕੇ ਵਿਖਾਵਾਂਗੇ ਜਿਹੜੀ ਸਾਡੀ ਬੋਲੀ 'ਚ ਅਸੀਂ ਸਿੱਖਿਆ, ਠੀਕ ਹੈ। ਸੋ ਮੈਨੂੰ ਮਤਲਬ ਮੈਂ ਬਹੁਤ ਬਿਲੀਵ ਕਰਦੀ ਕਿ ਜੇ ਤੁਹਾਡੇ 'ਚ ਪੈਸ਼ਨ ਆ, ਤੁਸੀਂ ਪੰਜਾਬ 'ਚ ਵੀ ਕੁਛ ਵੀ ਕਰ ਸਕਦੇ ਹੋ, ਪ੍ਰੋਵਾਈਡਡ ਕਿ ਤੁਸੀਂ ਮਟੀਰੀਅਲਿਸਟਿਕ ਨਹੀਂ ਹੋ। ਜੇ ਤੁਹਾਡਾ ਇਹ ਪੈਸ਼ਨ ਆ ਕਿ ਫਟਾਫਟ ਮੇਰੇ ਕੋਲ ਕਾਰਾਂ ਆ ਜਾਣ, ਮੇਰੇ ਕੋਲ ਕੋਠੀਆਂ ਆ ਜਾਣ, ਹੈ ਨਾ, ਅਤੇ ਫਿਰ ਮੈਨੂੰ ਲੱਗਦਾ ਕਿ ਤੁਹਾਨੂੰ ਬਾਹਰ ਜਾਣਾ ਚਾਹੀਦਾ ਹੈ। ਪਰ ਜੇ ਤੁਸੀਂ ਇਹ ਸੋਚਦੇ ਹੋ ਕਿ ਮੈਂ ਥੋੜ੍ਹੇ ਨਾਲ ਹੀ ਆਈ ਐਮ ਓਕੇ, ਠੀਕ ਹੈ, ਅਤੇ ਫਿਰ ਮੈਨੂੰ ਲੱਗਦਾ ਕਿ ਤੁਸੀਂ ਆਪਣੀ ਵਧੀਆ ਜ਼ਿੰਦਗੀ ਬਤੀਤ ਕਰ ਸਕਦੇ ਹੋ। ਅਤੇ ਜੇ ਤੁਸੀਂ ਪੈਸ਼ਨੇਟ ਹੋ, ਆਪਣੇ ਆਪ ਜਿਹੜਾ ਕਿ ਤੁਹਾਨੂੰ ਫੋਲੋ ਕਰੇਗਾ, ਆਪਣੇ ਆਪ ਹਰ ਚੀਜ਼ ਜਿਹੜੀ ਤੁਹਾਨੂੰ ਫੋਲੋ ਕਰੇਗੀ, ਤੁਹਾਨੂੰ ਪੈਸਾ ਵੀ ਫੋਲੋ ਕਰੇਗਾ। ਅਤੇ ਨੀਅਤ ਜਿਹੜੀ ਆ ਸਾਫ਼ ਰੱਖੋ, ਕਿਉਂਕਿ ਉਹਦੇ ਨਾਲ ਹੀ ਕੌਨਫੀਡੈਂਸ ਬਣਨਾ। ਇਮਾਨਦਾਰ ਰਵਾਂਗੇ
ਠੀਕ ਆ, ਸਹੀ ਤਰ੍ਹਾਂ ਬਿਜ਼ਨਸ ਕਰਾਂਗੇ, ਕਦੀ ਦਿੱਕਤ ਨਹੀਂ ਆਏਗੀ ਤੁਹਾਨੂੰ। ਤੁਹਾਡਾ ਕੌਨਫੀਡੈਂਸ ਜੇ ਲੂਜ਼ ਨਹੀਂ ਹੋਏਗਾ, ਤੁਹਾਡੀ ਕ੍ਰੀਏਟੀਵਿਟੀ ਲੂਜ਼ ਨਹੀਂ ਹੋਏਗੀ, ਤੁਹਾਡਾ ਬਿਜ਼ਨਸ ਅੱਗੇ ਅੱਗੇ ਹੀ ਵਧੇਗਾ, ਤੁਹਾਨੂੰ ਆਪੇ ਆਈਡੀਆਜ਼ ਆਈ ਜਾਣਗੇ। ਭੈਣ ਜੀ ਤੁਸੀਂ NGO ਵੀ ਚਲਾ ਰਹੇ ਹੋ, ਤੁਹਾਨੂੰ ਸੋਸ਼ਲ ਮੀਡੀਆ 'ਤੇ ਦੇਖੀਦਾ, ਤੁਸੀਂ ਬਹੁਤ ਸੋਹਣੇ ਤੁਹਾਡੇ ਜੋ ਸਾਲਾਨਾ ਯੋਗ ਤੁਹਾਡੇ ਜੋ ਕਾਰਜ ਤੁਸੀਂ ਕਰ ਰਹੇ ਹੋ, ਇਹ ਫਿਰ ਕਦੋਂ ਤੋਂ ਸ਼ੁਰੂਆਤ ਕੀਤੀ NGO ਦੀ ਤੁਸੀਂ? ਮੈਂ 2013 ਦੇ ਵਿੱਚ ਮੈਂ ਆਪਣਾ ਬਿਜ਼ਨਸ ਸਟਾਰਟ ਕੀਤਾ ਸੀ। ਆਲਮੋਸਟ 2.5-3 ਸਾਲ ਮੈਂ ਮੋਹਾਲੀ ਵਿਖੇ ਆਪਣਾ ਬਿਜ਼ਨਸ ਕੀਤਾ। ਫਿਰ ਮੈਂ ਜਦੋਂ ਇਹ ਸੋਚਿਆ ਕਿ ਮੈਂ ਆਪਣਾ ਬਿਜ਼ਨਸ ਟਾਂਗਰੇ ਮੂਵ ਕਰ ਲੈਣਾ ਆਪਣੇ ਪਿੰਡ ਵਿੱਚ, ਇੱਥੇ ਮੈਨੂੰ ਲੱਗਾ ਕਿ ਬੜੀ ਨੀਡ ਆ। ਈਵਨਿੰਗ ਸਕੂਲ ਮੈਂ ਸਟਾਰਟ ਕੀਤਾ ਕਿਉਂਕਿ ਮੈਂ ਐਜੂਕੇਸ਼ਨ 'ਤੇ ਕੰਮ ਕਰਨਾ ਚਾਹੁੰਦੀ। ਸੋ ਆਲਮੋਸਟ 2016 ਦੇ ਵਿੱਚ ਮੈਂ ਐਂਡ ਦੇ ਵਿੱਚ ਮੈਂ ਕਹਿ ਸਕਦੀ ਕਿ ਮੈਂ ਆਪਣੀ NGO ਨੂੰ ਜਿਹੜਾ ਮੈਂ ਸਟਾਰਟ ਕੀਤਾ ਤਾਂ ਕਿ ਅਸੀਂ ਸਾਰੇ ਮਿਲ ਕੇ ਜਿਹੜਾ ਉੱਦਮ ਕਰ ਸਕੀਏ। ਸੋ ਇਸ ਸੋਚ ਨਾਲ ਮੈਂ ਉਹਨੂੰ ਸ਼ੁਰੂ ਕੀਤਾ। ਪਲੱਸ ਮੈਨੂੰ ਹਮੇਸ਼ਾ ਹੀ ਸੀ ਕਿ ਮੈਂ ਐਜੂਕੇਸ਼ਨ 'ਤੇ ਜਿਹੜਾ ਉਹ ਮੈਂ ਕੰਮ ਕਰਦੀ ਰਹਾਂ। ਅਤੇ ਇੱਕ ਮੇਰਾ ਸ਼ੂ ਗਿਵਿੰਗ ਕਾਜ਼ ਨਾਲ ਮੈਨੂੰ ਬਹੁਤ ਜ਼ਿਆਦਾ ਮੇਰੇ ਅੰਦਰੋਂ ਮੈਨੂੰ ਬੜਾ ਇੰਟਰਸਟ ਹੈਗਾ ਕਿ ਮੈਂ ਜਿਨ੍ਹਾਂ ਕੋਲ ਸ਼ੂਜ਼ ਨਹੀਂ ਆ ਉਹਨਾਂ ਦੇ ਪੈਰ ਢੱਕਾਂ। ਸੋ ਇਹ 2 ਚੀਜ਼ਾਂ 'ਤੇ ਮੈਂ ਜਿਹੜਾ ਉਹ ਕੰਮ ਕੀਤਾ NGO 'ਚ। ਭੈਣ ਜੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ NGO ਨੂੰ ਲੈ ਕੇ ਗੱਲ ਕਰਦੇ ਹਾਂ ਜਾਂ ਤੁਹਾਡੀ ਕੰਪਨੀ ਨੂੰ ਲੈ ਕੇ ਗੱਲ ਕਰਦੇ ਹਾਂ, ਕਿਉਂਕਿ ਸਾਡੇ ਆਪਾਂ ਪਿੰਡਾਂ ਦੇ ਵਿੱਚ ਰਹਿੰਦੇ ਹਾਂ, ਸਿੱਖ ਪਰਿਵਾਰਾਂ ਦੇ ਵਿੱਚ ਜੰਮੇ ਪਲੇ ਹਾਂ, ਸੇਵਾ ਭਾਵਨਾ ਸਾਡੇ ਅੰਦਰ ਹੈ ਔਰ ਸੇਵਾ ਭਾਵਨਾ ਦੇ ਨਾਲ ਹੀ ਤੁਸੀਂ ਆਪਣੀ ਕੰਪਨੀ ਨੂੰ ਸ਼ੁਰੂ ਕੀਤਾ ਔਰ ਟਾਂਗਰਾ ਦੇ ਵਿੱਚ ਤੁਸੀਂ ਇਹਨੂੰ ਜੋ ਸਥਾਪਿਤ ਕੀਤਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਕੀ ਸੁਪਨੇ ਲੈ ਕੇ ਚੱਲ ਰਹੇ ਹੋ ਆਪਣੀ NGO ਨੂੰ ਲੈ ਕੇ ਜਾਂ ਕੰਪਨੀ ਨੂੰ ਲੈ ਕੇ? ਆਉਣ ਵਾਲੇ ਸਮੇਂ 'ਚ ਮੈਂ ਬਿਜ਼ਨਸ 'ਤੇ ਹੀ ਜ਼ਿਆਦਾ ਫੋਕਸ ਕਰਾਂਗੀ ਕਿਉਂਕਿ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ NGO ਵੱਲ ਬਹੁਤ ਜ਼ਿਆਦਾ ਧਿਆਨ ਕਰਕੇ ਜਿਹੜਾ ਵਾ ਉਹ ਬਿਜ਼ਨਸ ਜਿਹੜਾ ਮੇਰਾ ਪਿੱਛੇ ਇੰਨਾ ਕਈ ਵਾਰੀ ਕਈਆਂ ਨੂੰ ਲੱਗਦਾ ਹੀ ਨਹੀਂ ਕਿ ਅਸੀਂ ਕੋਈ ਕਾਰੋਬਾਰ ਵੀ ਕਰ ਰਹੇ ਹਾਂ। ਸੋ ਕਾਰੋਬਾਰ ਕਰਨਾ ਵੀ ਆਪਣੇ ਆਪ 'ਚ ਇੱਕ ਸੋਸ਼ਲ ਸਰਵਿਸ ਆ ਕਿਉਂਕਿ ਤੁਸੀਂ ਬਹੁਤ ਸਾਰੀਆਂ ਫੈਮਲੀਜ਼ ਲਈ ਜੌਬ ਕ੍ਰੀਏਟ ਕਰਦੇ ਜੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਜਿਹੜਾ 95% ਫੋਕਸ ਆ ਉਹ ਆਪਣੇ ਕਾਰੋਬਾਰ ਵੱਲ ਰਹੇਗਾ। ਪਲੱਸ ਜੋ ਵੀ ਮੇਰੀਆਂ NGO ਦੀਆਂ ਐਕਟੀਵਿਟੀਜ਼ ਆ ਜਾਂ ਮੇਰਾ ਮਿਸ਼ਨ ਆ ਉਹ ਉਸੇ ਤਰ੍ਹਾਂ ਚੱਲਦਾ ਰਹੇਗਾ। ਅਤੇ ਮੇਰੀ ਹਮੇਸ਼ਾ ਕੋਸ਼ਿਸ਼ ਹੋਏਗੀ ਕਿ ਜਿੰਨਾ ਮੈਂ ਖੁਦ ਇਹਨੂੰ ਫੰਡ ਕਰ ਸਕਾਂ ਉਹ ਮੈਂ ਕਰਾਂਗੀ। ਅਤੇ ਇੱਕ ਸਮਾਂ ਇੱਦਾਂ ਦਾ ਮੈਂ ਲਿਆਉਣਾ ਚਾਹੁੰਦੀ ਹਾਂ ਕਿ ਜਦੋਂ ਬਿਲਕੁਲ ਹੀ ਮੇਰੇ ਜਿਹੜੇ ਮਿਸ਼ਨ ਆ, ਜਿੱਦਾਂ ਸ਼ੂ ਗਿਵਿੰਗ ਮਿਸ਼ਨ ਆ, 50,000 ਸ਼ੂ ਟੂ ਗਿਵ ਮਿਸ਼ਨ ਆ, ਜਾਂ ਮੇਰਾ ਈਵਨਿੰਗ ਸਕੂਲ ਆ, ਦੈਟ ਸ਼ੁੱਡ ਆਪਰੇਟ ਅੰਡਰ ਮਾਈ ਕੰਪਨੀਜ਼, ਮੇਰੀਆਂ ਕੰਪਨੀਜ਼ ਦੇ ਅੰਡਰ ਹੀ ਆਪਰੇਟ ਕਰੇ ਅਤੇ ਇਹਨੂੰ ਮੈਂ 100% ਖੁਦ ਫੰਡ ਕਰਾਂ। ਅੰਤ ਦੇ ਵਿੱਚ ਭੈਣ ਜੀ ਤੁਸੀਂ ਪੰਜਾਬ ਦੇ ਯੂਥ ਨੂੰ, ਤੁਸੀਂ ਵੀ ਇੱਕ ਯੂਥ ਹੋ ਔਰ ਤੁਹਾਡੇ ਕੋਲ ਜਿੰਨੇ ਵੀ ਨੌਜਵਾਨ ਕੰਮ ਕਰ ਰਹੇ ਆ ਉਹ ਸਾਰੇ ਮਿਹਨਤ ਦੇ ਨਾਲ ਔਰ ਜਜ਼ਬੇ ਨਾਲ ਕੰਮ ਕਰ ਰਹੇ ਆ। ਪੰਜਾਬ ਦੇ ਯੂਥ ਨੂੰ ਅੰਤ ਸਮੇਂ ਵਿੱਚ ਕੁਝ ਕਹਿਣਾ ਚਾਹੁੰਦੇ ਹੋ ਆਪਣੇ ਵੱਲੋਂ? ਮੈਂ ਸਪੈਸ਼ਲੀ ਗਰਲਸ ਲਈ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜੌਬ ਜ਼ਰੂਰ ਕਰਨ ਅਤੇ ਜਾਂ ਆਪਣਾ ਕਾਰੋਬਾਰ ਖੋਲ੍ਹਣ ਬਾਰੇ ਜ਼ਰੂਰ ਸੋਚਣ ਅਤੇ ਥੋੜ੍ਹੇ ਕੰਮ ਤੋਂ ਜਾਂ ਆਪਾਂ ਕਹਿੰਦੇ ਕਿ ਛੋਟੇ ਕਾਰੋਬਾਰ ਨੂੰ ਵੀ ਨਜ਼ਰਅੰਦਾਜ਼ ਨਾ ਕਰਨ। ਅਤੇ ਕਈ ਵਾਰੀ ਹੁੰਦਾ ਕਿ ਅਸੀਂ ਜ਼ਿਆਦਾ ਪੜ੍ਹੇ ਹਾਂ ਅਤੇ ਜੌਬ ਸਾਨੂੰ ਮਿਲ ਰਹੀ ਹੈ 10-12 ਹਜ਼ਾਰ ਦੀ, ਹੈ ਨਾ। ਕਈ ਕੁੜੀਆਂ ਨੇ ਪੂਰੀ MSc ਕੀਤੀ ਨੇ। ਸੋ ਜੌਬ ਕਰਨ ਵੇਲੇ ਤੁਹਾਨੂੰ ਪੈਸੇ ਨਹੀਂ ਦੇਖਣੇ ਚਾਹੀਦੇ, ਤੁਹਾਨੂੰ ਆਪਣੀ ਰੂਟੀਨ, ਤੁਸੀਂ ਕੀ ਉਹਦੇ ਤੋਂ ਸਿੱਖ ਰਹੇ ਜੇ, ਕੀ ਉਹ 'ਚ ਬੈਸਟ ਦੇ ਰਹੇ ਜੇ, ਉਹ ਦੇਖਣਾ ਚਾਹੀਦਾ। ਮੈਨੂੰ ਇੱਦਾਂ ਲੱਗਦਾ ਹੈ ਜਿਵੇਂ ਮੇਰੀ ਕੰਪਨੀ 'ਚ ਵੀ ਇਸੇ ਤਰ੍ਹਾਂ ਹੀ ਆ ਕਿ ਜੌਬਸ ਹੈਗੀਆਂ ਨੇ ਪਰ ਉੱਦਾਂ ਦੇ ਬੰਦੇ ਨਹੀਂ ਹੈਗੇ, ਉੱਦਾਂ ਦੇ ਇੰਪਲੋਈਜ਼ ਨਹੀਂ ਹੈਗੇ। ਸੋ ਮੈਂ ਯੂਥ ਨੂੰ ਵੀ ਇਹੀ ਮੈਸੇਜ ਦੇਣਾ ਚਾਹੁੰਦੀ ਕਿ ਜੌਬਸ ਹੈਗੀਆਂ ਨੇ, ਆਪਣੀ ਕਾਬਲੀਅਤ ਨੂੰ ਨਿਖਾਰੋ, ਨਵੇਂ ਸਕਿੱਲਸ ਜਿਹੜੇ ਆ ਉਹ ਲਰਨ ਕਰੋ, ਕੰਪਿਊਟਰ ਸਕਿੱਲਸ ਲਰਨ ਕਰੋ, ਜਿਹਦਾ ਹੁਣ ਜ਼ਮਾਨਾ ਹੈ, ਜਿਹਦੀ ਹੁਣ ਲੋੜ ਪੈਣੀ ਆ, ਉਹ ਚੀਜ਼ਾਂ ਤੁਸੀਂ ਸਿੱਖੋ। ਅਤੇ ਖੁਦ ਦੇ ਕਾਰੋਬਾਰ ਵਾਸਤੇ ਵੀ ਜ਼ਰੂਰ ਤੁਸੀਂ ਸੋਚੋ ਕਿ ਖੁਦ ਤੁਸੀਂ ਕੀ ਸ਼ੁਰੂ ਕਰ ਸਕਦੇ। ਸੋ ਆਪਣਾ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਕਰਨ 'ਚ ਤੁਹਾਨੂੰ ਸ਼ਰਮ ਨਹੀਂ ਕਰਨੀ ਚਾਹੀਦੀ, ਹੈ ਨਾ। ਜਿੱਦਾਂ ਮੇਰੇ ਪਾਪਾ ਨੇ, ਮੈਂ ਉਹਨਾਂ ਨੂੰ ਕਹਿੰਦੀ ਕਿ ਤੁਹਾਨੂੰ ਹੁਣ ਲੋੜ ਹੀ ਨਹੀਂ ਚੱਕੀ ਚਲਾਉਣ ਦੀ, ਕੋਈ ਲੋੜ ਨਹੀਂ। ਮੇਰੇ ਹਸਬੈਂਡ ਕਹਿੰਦੇ, ਮੇਰਾ ਬ੍ਰਦਰ ਕਹਿੰਦਾ, ਮੈਂ ਉਹਨਾਂ ਨੂੰ ਕਹਿੰਦੀ ਕਿ ਤੁਹਾਨੂੰ ਲੋੜ ਹੀ ਨਹੀਂ ਆ, ਪਰ ਉਹਨਾਂ ਨੂੰ ਆਪਣਾ ਕੰਮ ਵਧੀਆ ਲੱਗਦਾ। ਹੀ ਇਜ਼ ਪ੍ਰਾਊਡ ਆਫ ਕਿ ਜੋ ਕਰ ਰਹੇ ਨੇ, ਠੀਕ ਹੈ। ਤਾਂ ਆਪਣਾ ਅੱਜ ਵੀ ਉਹੀ ਕੰਮ ਕਰ ਰਹੇ ਨੇ ਜੋ 40-50 ਸਾਲ ਪਹਿਲਾਂ ਕਰ ਰਹੇ ਸੀ। ਸੋ ਉਹੀ ਕਿ ਰਿਸਪੈਕਟ ਕਰੋ ਕੰਮ ਦੀ ਅਤੇ ਕੰਮ ਕਰੋ। ਘਰ ਦੇ ਕੰਮ ਹੋ ਹੀ ਜਾਣੇ ਨੇ, ਰਲ ਮਿਲ ਕੇ ਰੋਟੀ ਬਣ ਹੀ ਜਾਣੀ ਆ, ਕੱਪੜੇ ਪ੍ਰੈਸ ਹੋ ਹੀ ਜਾਣੇ, ਕੱਪੜੇ ਧੋਪ ਹੀ ਜਾਣੇ ਨੇ, ਰਾਈਟ, ਸਾਰੇ ਕੰਮ ਹੋ ਜਾਣੇ। ਪਰ ਮੈਨ ਨੂੰ ਵੀ ਜਿਹੜੇ ਜੈਂਟਸ ਆ ਉਹਨਾਂ ਨੂੰ ਵੀ ਇਨਕਰੇਜ ਕਰਨਾ ਚਾਹੀਦਾ, ਆਪਣੀਆਂ ਬੇਟੀਆਂ ਨੂੰ, ਆਪਣੀਆਂ ਭੈਣਾਂ ਨੂੰ, ਆਪਣੀਆਂ ਵਾਈਫਸ ਨੂੰ, ਆਪਣੀ ਮਦਰਸ ਨੂੰ, ਕਿ ਉਹ ਵੀ ਕੋਈ ਨਾ ਕੋਈ ਕੰਮ ਕਰਨ। ਬਿਕੋਜ਼ ਜਿਹੜਾ ਕੌਨਫੀਡੈਂਸ ਸਾਨੂੰ ਖੁਦ ਦੇ ਪੈਸੇ ਕਮਾ ਕੇ ਆਉਂਦਾ, ਠੀਕ ਹੈ, ਜਿਹੜਾ
ਸੈਟਿਸਫੈਕਸ਼ਨ ਸਾਨੂੰ ਖੁਦ ਦੇ ਪੈਸੇ ਕਮਾ ਕੇ ਆਉਂਦੀ, ਉਹ ਸਾਨੂੰ ਹਸਬੈਂਡ ਤੋਂ ਲੈ ਕੇ ਵੀ ਜਿਹੜਾ ਉਹ ਨਹੀਂ ਆਉਂਦਾ। ਸੋ ਤੁਸੀਂ ਇਹੋ ਹੀ ਕਹਿਣਾ ਚਾਹੋਗੇ ਕਿ ਜੋ ਬੱਚੀਆਂ ਨੂੰ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਉਹ ਆਪਣੀ ਬਿਜ਼ਨਸ ਬਾਰੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਜੋਬ ਲਈ ਸੋਚਣ ਜ਼ਰੂਰ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਇਹ ਸਨ ਭੈਣ ਜੀ ਮਨਦੀਪ ਕੌਰ ਸਿੱਧੂ, ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋ। ਬਹੁਤ ਵਧੀਆ ਲੱਗਾ ਇਹਨਾਂ ਦੇ ਨਾਲ ਗੱਲਬਾਤ ਕਰਕੇ। ਤੁਹਾਨੂੰ ਕਿਵੇਂ ਦਾ ਲੱਗਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਇੱਥੇ ਹੀ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।